ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਸਖਣੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਆਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਮਨ ਬਿਰਤੀਆਂ ਇਕਾਗਰ, ਦੋਵੇਂ ਹੱਥ ਜੋੜ ਰਸਨਾਵਾਂ ਪਵਿੱਤਰ ਕਰਦੇ ਆਂ। ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਮੁਲਾ ਮੁਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ। ਜਾਂ ਕਾਰਨ ਤੂੰ ਬਾਂਗ ਦੇਹ, ਦਿਲ ਹੀ ਭੀਤਰ ਜੋਏ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਭਾਈ ਸਾਹਿਬ ਹੋਰਾਂ ਪਾਸੋਂ ਬੜੇ ਅਦਬ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਭਗਤ ਕਬੀਰ ਜੀਓ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1374 ਦੇ ਉੱਪਰ ਸੁਭਾਏਮਾਨ ਹੈ। ਇਸ ਤੋਂ ਪਹਿਲਾਂ 183 ਸ਼ਲੋਕਾਂ ਤੱਕ ਦੀ ਵਿਚਾਰ ਆਪ ਸੰਗਤਾਂ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ 3 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਔਰ ਅੱਜ ਨਾ ਇੱਕ ਬੜੀ ਅਦਭੁਤ ਜਿਹੀ ਬਾਤ ਹੈ, ਅਨੋਖੀ ਜਿਹੀ ਬਾਤ ਹੈ ਜਿਹੜੀ ਭਗਤ ਕਬੀਰ ਸਾਹਿਬ ਨੇ ਸਾਡੇ ਸਨਮੁਖ ਸਿੱਖਿਆ ਰੂਪ ਵਜੋਂ ਰੱਖੀ। ਤੇ ਸ਼ਲੋਕ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਚੱਲਾਂ। ਭਗਤ ਜੀ ਨੇ ਉਦਾਹਰਣ ਭਾਵੇਂ ਕਿਸੇ ਧਰਮ ਦੀ ਲਈ ਹੈ,
ਪਰ ਸਮਝਾਇਆ ਉਹਨਾਂ ਨੇ ਸਰਬੱਤ ਦੁਨੀਆ ਨੂੰ ਸਾਂਝੀਵਾਲਤਾ ਦਾ ਉਪਦੇਸ਼ ਉਹਨਾਂ ਨੇ ਦਿੱਤਾ ਹੈ। ਤੇ ਖਾਸ ਕਰਕੇ ਉਹਨਾਂ ਨੂੰ ਸਮਝਾਇਆ ਜਿਹੜੇ ਇਹ ਸੋਚਦੇ ਵੀ ਰੱਬ ਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ, ਵੀ ਜੇ ਅਸੀਂ ਰੱਬ ਨੂੰ ਆਵਾਜ਼ਾਂ ਉੱਚੀ ਉੱਚੀ ਮਾਰਾਂਗੇ ਤੇ ਤਾਂ ਹੀ ਸ਼ਾਇਦ ਰੱਬ ਸਾਡੇ ਤੇ ਪ੍ਰਸੰਨ ਹੋਏਗਾ, ਖੁਸ਼ ਹੋਏਗਾ। ਹੁਣ ਉਹ ਆਵਾਜ਼ਾਂ ਕਿਸੇ ਧਰਮ ਦਾ ਬੰਦਾ ਵੀ ਮਾਰ ਸਕਦਾ ਹੈ। ਜ਼ਰੂਰੀ ਨਹੀਂ ਹੈ ਵੀ ਜਿਸ ਧਰਮ ਦੀ ਗੱਲ ਇੱਥੇ ਭਗਤ ਜੀ ਨੇ ਕੀਤੀ ਹੈ ਵੀ ਉਹ ਹੀ ਆਵਾਜ਼ਾਂ ਮਾਰਦੇ ਨੇ। ਜੇ ਉਹ ਵੀਰ ਇਸਲਾਮ ਧਰਮ ਦੀ ਗੱਲ ਭਗਤ ਜੀ ਨੇ ਕੀਤੀ, ਜੇ ਇਸਲਾਮ ਧਰਮ ਦੇ ਵੀਰ ਮੁਸਲਮਾਨ ਵੀਰ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹਦੇ ਨੇ, ਅਸੀਂ ਕਹਿੰਦੇ ਵੀ ਉਹਨਾਂ ਨੇ ਬਾਂਗ ਦਿੱਤੀ ਹੈ, ਨਮਾਜ਼ ਅਦਾ ਕੀਤੀ, ਉਹਨਾਂ ਉੱਚੀ ਆਵਾਜ਼ ਮਾਰੀ। ਏਦਾਂ ਹੀ ਜੇ ਬਾਕੀ ਧਰਮਾਂ ਦੀ ਗੱਲ ਕਰਾਂਗੇ ਤੇ ਹਰ ਧਰਮ ਦਾ ਬੰਦਾ ਆਪਣੇ ਧਰਮ ਅਸਥਾਨ ਤੇ ਜਾ ਕੇ ਤੇ ਰੱਬ ਨੂੰ ਆਵਾਜ਼ ਮਾਰਦਾ ਹੀ ਮਾਰਦਾ ਹੈ। ਕਿਸੇ ਨੇ, ਕਿਉਂਕਿ ਸਾਰਿਆਂ ਦੀ ਅਲੱਗ-ਅਲੱਗ ਤਰੀਕਾ ਹੈ, ਅਲੱਗ-ਅਲੱਗ ਢੰਗ ਹੈ, ਪਰ ਉਹ ਅਲੱਗ-ਅਲੱਗ ਢੰਗ ਹੋਣ ਦੇ, ਕਿਉਂਕਿ ਆਵਾਜ਼ ਮਾਰਨ ਦੇ ਲਈ ਭਾਸ਼ਾ ਵੱਖਰੀ ਹੈ, ਸਿਰਫ ਤਰੀਕਾ ਇੱਕੋ ਹੀ ਜੇ, ਤਰੀਕਾ ਵੱਖਰਾ ਨਹੀਂ ਹੈ। ਤਰੀਕਾ ਇੱਕ ਹੈ, ਕਿਵੇਂ ਉਹਨਾਂ ਦਾ ਕੋਈ ਕਾਜ਼ੀ ਜਾਂ ਉਹਨਾਂ ਦਾ ਕੋਈ ਮੌਲਵੀ ਅੱਗੇ ਆ ਕੇ ਉਹਨਾਂ ਤੋਂ ਇੱਕ ਉਹ ਨਮਾਜ਼ ਅਦਾ ਕਰਦਾ, ਬਾਕੀ ਸਾਰੇ ਉਹਦੇ ਮਗਰ ਮਗਰ ਨਮਾਜ਼ ਪੜ੍ਹਦੇ। ਇਸੇ ਤਰ੍ਹਾਂ ਸਨਾਤਨ ਧਰਮ ਦੇ ਵਿੱਚ ਇੱਕ ਅਗਾਂਹ ਪੜ੍ਹਦਾ, ਦੂਜਾ ਮਗਰ ਮਗਰ ਪੜ੍ਹਦਾ। ਇਸੇ ਤਰ੍ਹਾਂ ਜੇ ਆਪਾਂ ਆਪਣੇ ਧਰਮ ਦੀ ਗੱਲ ਕਰ ਲਈਏ ਤੇ ਅਸੀਂ ਵੀ ਰੱਬ ਨੂੰ ਆਵਾਜ਼ ਮਾਰਨ ਲੱਗਿਆਂ ਇੱਕ ਜਣੇ ਨੇ ਬਹਿ ਕੇ ਆਵਾਜ਼ ਮਾਰੀ। ਗੱਲ ਕੀ ਹੈ, ਭਗਤ ਜੀ ਨੇ ਜ਼ਿਕਰ ਕੀਤਾ। ਉਹ ਦੁਨੀਆ ਦੇ ਲੋਕੋ, ਮੈਂ ਇੱਕ ਸਵਾਲ ਕਰਦਾ ਤੁਹਾਡੇ ਅੱਗੇ ਵੀ ਤੁਸੀਂ ਰੱਬ ਨੂੰ ਨਾ ਬੜੇ ਉੱਚੇ ਉੱਚੇ ਥਾਵਾਂ ਤੇ ਮਨਾਰਿਆਂ ਤੇ ਬਹਿ ਬਹਿ ਕੇ ਆਵਾਜ਼ਾਂ ਮਾਰਦੇ ਹੋ, ਵੀ ਮੈਨੂੰ ਇਹ ਦੱਸੋ ਵੀ ਰੱਬ ਬਹਿਰਾ ਹੈ? ਬਹਿਰਾ ਤੋਂ ਭਾਵ ਜਿਹਨੂੰ ਸੁਣਦਾ ਨਾ ਹੋਵੇ। ਹੁਣ ਉੱਚੀ ਆਵਾਜ਼ ਮਾਰਨ ਦਾ ਇੱਥੇ ਇਹ ਪੱਖ ਨਹੀਂ, ਕਿਉਂਕਿ ਅਗਾਂਹ ਜਾ ਕੇ ਭਗਤ ਕਬੀਰ ਸਾਹਿਬ ਨੇ ਦੂਜਾ ਪੱਖ ਵੀ ਰੱਖਣਾ। ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨੈ ਕਬਹੂ ਕੇ ਸੁਣੈ ਪੁਕਾਰ। ਹੁਣ ਇੱਥੇ ਉੱਚੀ ਬੋਲਣ ਨੂੰ ਭਗਤ ਜੀ ਨੇ ਕੰਡੈਮ ਨਹੀਂ ਕੀਤਾ ਵੀ ਉੱਚੀ ਬੋਲਣਾ ਗਲਤ ਹੈ। ਇੱਥੇ ਜਿਹੜਾ ਉਹ ਜ਼ਿਕਰ ਕਰ ਰਹੇ ਨਾ, ਉਹ ਇਹ ਕਰ ਰਹੇ ਵੀ ਤੂੰ ਇਹ ਨਾ ਸੋਚ ਵੀ ਰੱਬ ਤੇਰੀ ਜ਼ੁਬਾਨ ਵੇਖੇਗਾ ਕਿਦਾਂ ਦੀ ਹੈ, ਵੀ ਤੂੰ ਆਪਣੀ ਜ਼ੁਬਾਨ ਤੋਂ ਉੱਚੀ ਉੱਚੀ ਆਵਾਜ਼ਾਂ ਮਾਰੇਗਾ ਤੇ ਰੱਬ ਨੇ ਇਹ ਥੋੜੀ ਕਹਿਣਾ ਵੀ ਬਈ ਬੜਾ ਸੋਹਣਾ ਬੋਲਦਾ, ਇਹਦੀ ਸ਼ਬਦਾਵਲੀ ਬੜੀ ਵਧੀਆ, ਇਹਦੇ ਤੇ ਬੋਲਣ ਦਾ ਤਰੀਕਾ ਹੀ ਬੜਾ ਵਧੀਆ। ਕਿਉਂਕਿ ਉਹਨੇ ਨਾ ਤੇਰੀ ਉੱਚੀ ਆਵਾਜ਼ ਜਿੱਥੇ ਸੁਣਨੀ ਹੈ, ਉਹਨੇ ਤੇਰੇ ਉੱਚੇ ਬੋਲ ਜਿੱਥੇ ਸੁਣਨੇ ਨੇ, ਉੱਥੇ ਨਾਲ ਖਿਆਲ ਰੱਖੀ ਉਹਨੇ ਤੇਰਾ ਅੰਦਰ ਵੀ ਵੇਖਣਾ ਵੀ ਅੰਦਰ ਕੀ ਲੈ ਕੇ ਬੈਠਾ। ਹੁਣ ਤੂੰ ਉੱਚੀ ਉੱਚੀ ਬੋਲੀ ਜਾਏ ਰੱਬ ਬੜਾ ਚੰਗਾ, ਰੱਬ ਵਰਗਾ ਕੋਈ ਨਹੀਂ ਸੰਸਾਰ ਤੇ, ਰੱਬ ਸਾਰਿਆਂ ਦੀ ਪ੍ਰਤਪਾਲਣਾ ਕਰਦਾ, ਰੱਬਾ ਤੂੰ ਮੇਰੀ ਵੀ ਸੰਭਾਲ ਕਰਦਾ, ਤੂੰ ਮੇਰੇ ਉੱਤੇ ਬੜੇ ਪਰਉਪਕਾਰ ਕੀਤੇ। ਹੁਣ ਉੱਚੀ ਬੋਲਣ ਦੇ ਵਿੱਚ ਆਹ ਸ਼ਬਦਾਵਲੀ ਹੈ, ਪਰ ਅੰਦਰੋਂ ਬੈਠਾ ਰੱਬ ਨੇ ਆ ਮਾੜਾ ਕੀਤਾ, ਰੱਬ ਨੇ ਮੇਰੀ ਤੇ ਕਦੇ ਸਹਾਇਤਾ ਹੀ ਨਹੀਂ ਕੀਤੀ, ਰੱਬ ਮੇਰੀ ਤੇ ਕਦੇ ਲੋੜ ਹੀ ਪੂਰੀ ਨਹੀਂ ਕਰਦਾ। ਅੰਦਰੋਂ ਆ ਆਵਾਜ਼ਾਂ ਆਉਂਦੀਆਂ। ਹੁਣ ਰੱਬ ਨੇ ਅੰਦਰ ਵੇਖਣਾ, ਰੱਬ ਨੇ ਜ਼ੁਬਾਨ ਥੋੜੀ ਵੇਖਣੀ ਵੀ ਜ਼ੁਬਾਨ ਤੋਂ ਕਹਿੰਦਾ ਰੱਬ ਬੜਾ ਚੰਗਾ। ਹੁਣ ਜਿਹੜਾ ਉੱਚੀ ਬੋਲਣਾ ਨਾ, ਜਿਹੜਾ ਇੱਥੇ ਭਗਤ ਜੀ ਨੇ ਜ਼ਿਕਰ ਕੀਤਾ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ। ਇੱਕ ਹੁਣ ਮੈਂ ਛੋਟਾ ਜਿਹਾ ਪੱਖ ਰੱਖਦਾ ਚੱਲਾਂ, ਖਿਮਾ ਕਰਿਓ ਕਿ ਇਹ ਬਚਨ ਮੈਂ ਵਰਤਣ ਲੱਗਿਆ। ਜਦੋਂ ਬਹਿਰਾ ਬੰਦਾ ਜਿਹਨੂੰ ਉੱਚੀ ਸੁਣਦਾ ਹੋਵੇ ਨਾ, ਉਹਦੇ ਨਾਲ ਅਸੀਂ ਚਲਾਕੀ ਕਰ ਜਾਂਦੇ ਹਾਂ। ਚਲਾਕੀ ਕੀ ਕਰਦੇ ਆ ਵੀ ਜਿਹੜੀ ਤੇ ਗੱਲ ਹੈ ਉਹਦੀ ਸਿਫਤ ਵਾਲੀ, ਉਹ ਤੇ ਅਸੀਂ ਉਹਨੂੰ ਉੱਚੀ ਬੋਲ ਕੇ ਸੁਣਾ ਦਿੰਦੇ, ਤੇ ਜੇ ਉਹਨੂੰ ਅਪਸ਼ਬਦ ਬੋਲਣਾ ਹੋਵੇ, ਅਸੀਂ ਅੰਦਰਲੀ ਭੜਾਸ ਕੱਢਣੀ ਹੋਵੇ, ਤੇ ਫਿਰ ਕੀ ਕਰਦੇ ਆ, ਹੌਲੀ ਹੌਲੀ ਬੋਲਦੇ ਆ, ਉਹਨੂੰ ਸੁਣੇ ਵੀ ਨਾ, ਸਾਡੇ ਅੰਦਰ ਦੀ ਭੜਾਸ ਵੀ ਨਿਕਲ ਜਾਏ। ਚਲਾਕੀ ਵਰਤ ਕੇ ਉਹ ਬੰਦੇ ਨੂੰ ਪਤਾ ਵੀ ਨਹੀਂ ਲੱਗਾ, ਪਰ ਅਸੀਂ ਆਪਣੀ ਚਲਾਕੀ ਵਰਤ ਕੇ ਅਸੀਂ ਸੋਚਿਆ ਵੀ ਉਹਨੂੰ ਮੂਰਖ ਬਣਾਤਾ, ਪਰ ਉਹਨੂੰ ਸੁਣਿਆ ਹੀ ਨਹੀਂ। ਹੁਣ ਭਗਤ ਜੀ ਕਹਿੰਦੇ ਸੱਜਣਾ ਰੱਬ ਇਦਾਂ ਦਾ ਤੇ ਹੈ ਨਹੀਂ, ਉਹ ਬਹਿਰਾ ਨਹੀਂ ਹੈ, ਉਹਨੂੰ ਉੱਚੀ ਨਹੀਂ ਸੁਣਦਾ। ਉਹ ਤੂੰ ਭਾਵੇਂ ਨਾ ਵੀ ਬੋਲ, ਉਹਨੂੰ ਉਹ ਵੀ ਸੁਣ ਜਾਂਦਾ। ਤੂੰ ਨਹੀਂ ਵੀ ਬੋਲੇਗਾ ਨਾ, ਉਹਨੂੰ ਉਹ ਵੀ ਸੁਣ ਜਾਂਦਾ। ਇੱਕ ਬੰਦਾ ਹੀ ਹੈ ਜਿਹਨੂੰ ਸੁਣਾਉਣ ਦੇ ਲਈ ਸਾਨੂੰ ਜ਼ੁਬਾਨ ਤੋਂ ਬੋਲਣਾ ਪੈਂਦਾ। ਇੱਕ ਇਨਸਾਨ ਹੀ ਹੈ ਜਿਹਨੂੰ ਸੁਣਾਉਣ ਦੇ ਲਈ ਸਾਨੂੰ ਆਪਣੀ ਰਸਨਾ ਤੋਂ ਬੋਲਣਾ ਪੈਂਦਾ। ਪਰ ਇੱਕ ਖਿਆਲ ਇੱਥੇ ਹੋਰ ਕਰਿਓ, ਜਿੱਥੇ ਬਹੁਤ ਗੂੜਾ ਪ੍ਰੇਮ ਪਿਆਰ ਪੈ ਜਾਏ, ਉੱਥੇ ਫਿਰ ਉਹ ਵੀ ਬੋਲਣ ਦੀ ਲੋੜ ਨਹੀਂ ਪੈਂਦੀ। ਕਿਉਂ? ਫਿਰ ਉਹਦੇ ਫੇਸ,
ਉਹਦੇ ਚਿਹਰੇ ਦੇ ਹਾਵ ਭਾਵ ਵੇਖ ਕੇ ਅੰਦਾਜ਼ਾ, ਮਾਂ ਇੱਕ ਬੱਚੇ ਦੇ ਚਿਹਰੇ ਦੇ ਹਾਵ ਭਾਵ ਵੇਖ ਕੇ ਅੰਦਾਜ਼ਾ ਲਾ ਲੈਂਦੀ ਵੀ ਮੇਰੇ ਪੁੱਤ ਨੂੰ ਕੀ ਚਾਹੀਦਾ ਹੈ, ਜਾਂ ਮੇਰੀ ਧੀ ਨੂੰ ਕੀ ਚਾਹੀਦਾ ਹੈ, ਜਾਂ ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਹੁਣ ਜਦੋਂ ਬੱਚਾ ਬੋਲਣ ਜੋਗਾ ਵੀ ਨਹੀਂ ਸੀ, ਪਰ ਮਾਂ ਉਦੋਂ ਵੀ ਉਹਦੀਆਂ ਲੋੜਾਂ ਜਿਹੜੀਆਂ ਉਹਨਾਂ ਨੂੰ ਪੂਰੀ ਕਰਦੀ ਰਹੀ ਹੈ, ਪਿਤਾ ਉਦੋਂ ਵੀ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਰਿਹਾ। ਹੁਣ ਉਹਨਾਂ ਨੂੰ ਕਿੱਥੋਂ ਪਤਾ ਲੱਗਦਾ ਸੀ? ਅੰਦਰ ਇੱਕ ਪ੍ਰੇਮ ਹੈ, ਅੰਦਰ ਇੱਕ ਪਿਆਰ ਹੈ, ਜਿਸ ਪਿਆਰ ਦੇ ਉਹ ਦੋਵੇਂ ਬੱਝੇ ਹੋਏ ਨੇ। ਮਾਂ ਵੀ ਬੱਝੀ, ਪੁੱਤਰ ਵੀ ਬੱਝਿਆ ਹੈ, ਪਿਓ ਵੀ ਬੱਝਿਆ ਤੇ ਧੀ ਵੀ ਬੱਝੀ ਹੈ। ਉਹ ਪਿਆਰ ਦੇ ਬੱਝੇ ਹੋਏ ਬਿਨਾਂ ਜ਼ੁਬਾਨ ਦੀ ਸ਼ਬਦਾਵਲੀ ਤੋਂ ਵੀ ਉਹਦੀ ਲੋੜ ਨੂੰ ਸਮਝਦੇ ਤੇ ਪੂਰੀ ਕੀਤੀ ਜਾਂਦੀ ਹੈ। ਹੁਣ ਜੇ ਰੱਬ ਨੂੰ ਅਸੀਂ ਬੁਲਾਉਣਾ ਹੈ ਤੇ ਫਿਰ ਸਾਡਾ ਪਹਿਲੋਂ ਤੇ ਇਹ ਗੱਲ ਹੈ ਵੀ ਜਾਂ ਤੇ ਸਾਨੂੰ ਇਹ ਕਹਿਣਾ ਪਏਗਾ ਵੀ ਸਾਡਾ ਰੱਬ ਨਾਲ ਪਿਆਰ ਬਹੁਤ ਹੈ ਤੇ ਸਾਨੂੰ ਉੱਚੀ ਬੋਲਣ ਦੀ ਲੋੜ ਨਹੀਂ। ਤੇ ਜੇ ਅਸੀਂ ਉੱਚੀ ਬੋਲ ਰਹੇ ਹਾਂ ਤੇ ਫਿਰ ਇਹਦਾ ਮਤਲਬ ਇਹ ਹੈ ਵੀ ਸਾਡੇ ਦਿਲ ਦੇ ਵਿੱਚ ਬੜਾ ਵੱਡਾ ਇੱਕ ਚੋਰ ਬੈਠਾ ਹੈ, ਜਿਹੜਾ ਚੋਰ ਇਹ ਕਹਿ ਰਿਹਾ ਵੀ ਸ਼ਾਇਦ ਤੂੰ ਰੱਬ ਨਾਲ ਚਲਾਕੀ ਕਰ ਜਾਏ, ਸ਼ਾਇਦ ਤੇਰੀ ਚਲਾਕੀ ਚਤੁਰਾਈ ਰੱਬ ਅੱਗੇ ਚੱਲ ਜਾਏ, ਤੂੰ ਉੱਚੀ ਬੋਲ ਬੋਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰ ਦੇ, ਉੱਚੀ ਬੋਲ ਕੇ ਆਪਣੇ ਆਪ ਨੂੰ ਠੀਕ ਸਾਬਤ ਕਰ ਲਾ। ਰੱਬ ਨੂੰ ਉੱਚੀ ਬੋਲ ਕੇ ਤੂੰ ਕਿਸੇ ਪ੍ਰਕਾਰ ਮਰਜ਼ੀ ਆਪਣੇ ਉੱਤੇ ਰਿਝਾ ਲਾ, ਰੱਬ ਨੇ ਤੇਰੇ ਉੱਤੇ ਰੀਝ ਪੈਣਾ। ਇਹ ਪੱਖ ਜਿਹੜਾ ਅੱਜ ਭਗਤ ਕਬੀਰ ਸਾਹਿਬ ਨੇ ਰੱਖਿਆ ਤੇ ਉਹਨਾਂ ਨੇ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈਂ ਨਾ ਬਹਿਰਾ ਹੋਏ। ਸਾਈਂ ਬਹਿਰਾ ਨਹੀਂ ਹੈ, ਤੂੰ ਮੁਨਾਰੇ ਉੱਤੇ ਚੜ੍ਹ ਕੇ ਕੀ ਕਰਦਾ ਫਿਰਦਾ? ਇੱਕ ਉੱਚੀ ਜਗ੍ਹਾ ਤੇ ਚੜ੍ਹ ਕੇ ਤੂੰ ਕੀ ਕਰਨ ਲੱਗਾ? ਕਿਹਨੂੰ ਆਵਾਜ਼ ਮਾਰਨ ਲੱਗਾ? ਜੇ ਤੇ ਰੱਬ ਨੂੰ ਆਵਾਜ਼ ਮਾਰਨੀ ਹੈ ਸੱਜਣਾ, ਫਿਰ ਹੇਠਾਂ ਹੀ ਆ ਜਾ। ਉੱਤੇ ਚੜ੍ਹ ਕੇ ਆਵਾਜ਼ ਮਾਰਨ ਦਾ ਕੋਈ ਲਾਭ ਨਹੀਂ। ਜੇ ਤੇ ਰੱਬ ਨੂੰ ਸੱਦਣ ਲੱਗਾ, ਰੱਬ ਨੂੰ ਬੁਲਾਉਣ ਲੱਗਾ, ਜਾਂ ਰੱਬ ਨੂੰ ਹੀ ਹਾਸਲ ਕਰਨਾ ਸੱਜਣਾ, ਫਿਰ ਹੇਠਾਂ ਆ, ਟਿਕ ਕੇ ਬਹਿ। ਤੇ ਟਿਕ ਕੇ ਬਹਿਣ ਲਈ ਕੀ ਕਿਹਾ ਸੀ? ਥਿਰ ਕਰ ਬੈਸੋ ਹਰ ਜਨ ਪਿਆਰੇ। ਜੇ ਤੇ ਰੱਬ ਨੂੰ ਆਵਾਜ਼ ਮਾਰਨੀ, ਫਿਰ ਘਰੇ ਹੀ ਬਹਿ ਜਾ, ਕਿਉਂਕਿ ਰੱਬ ਨੂੰ ਆਵਾਜ਼ ਮਾਰਨ ਲੱਗਿਆਂ ਨਾ ਤੇ ਉੱਚੇ ਚੜ੍ਹਨ ਦੀ ਲੋੜ ਹੈ, ਨਾ ਹੀ ਰੱਬ ਨੂੰ ਆਵਾਜ਼ ਮਾਰਨ ਲੱਗਿਆਂ ਭਟਕਣ ਦੀ ਲੋੜ ਹੈ, ਦੌੜਨ ਦੀ ਲੋੜ ਹੈ, ਭੱਜਣ ਦੀ ਲੋੜ ਹੈ। ਤੇ ਇੱਕ ਗੱਲ ਇਹ ਵੀ ਹੈ, ਜੇ ਰੱਬ ਨੂੰ ਹੀ ਆਵਾਜ਼ ਮਾਰਨੀ ਹੈ ਤੇ ਪਹਿਲਾਂ ਜ਼ਿੰਦਗੀ 'ਚ ਟਿਕਾ ਦਾ ਹੋਣਾ ਲਾਜ਼ਮੀ ਹੈ, ਜ਼ਰੂਰੀ ਹੈ। ਜਿੰਨਾ ਚਿਰ ਟਿਕਾ ਨਹੀਂ ਹੈ ਉਹਨਾਂ ਚਿਰ ਅਸੀਂ ਰੱਬ ਨੂੰ ਆਵਾਜ਼ ਨਹੀਂ ਮਾਰ ਸਕਦੇ। ਤੇ ਰੱਬ ਨੇ ਜਿਹੜੀ ਆਵਾਜ਼ ਸੁਣਨੀ ਹੈ ਉਹਨੇ ਜ਼ੁਬਾਨ ਦੀ ਨਹੀਂ ਸੁਣਨੀ, ਉਹਨੇ ਮਨ ਦੀ ਸੁਣਨੀ ਹੈ, ਅੰਦਰੋਂ ਹਿਰਦੇ ਦੀ ਪੁਕਾਰ ਸੁਣਨੀ ਹੈ। ਉਹ ਕਿੱਦਾਂ ਦੀ ਹੈ? ਹੁਣ ਹਿਰਦਾ ਟਿਕਿਆ ਹੋਏਗਾ ਤੇ ਆਵਾਜ਼ ਮਾਰੇਗਾ। ਜ਼ੁਬਾਨ ਰੱਬ ਨੂੰ ਆਵਾਜ਼ਾਂ ਮਾਰਦੀ ਹੈ, ਹਿਰਦਾ ਕੁਝ ਹੋਰ ਹੀ ਸੋਚੀ ਜਾਂਦਾ ਹੈ। ਉੱਥੇ ਹੁਣ ਰੱਬ ਕਿੱਦਾਂ ਰੀਝੇਗਾ? ਜ਼ੁਬਾਨ ਕਹਿ ਰਹੀ ਹੈ ਵੀ ਰੱਬ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆ, ਹਿਰਦਾ ਕਹਿੰਦਾ ਵੀ ਲੈ ਮੈਂ ਤੇ ਸੰਸਾਰ ਦੇ ਕਾਰ ਵਿਹਾਰ ਤੇ ਕਰ ਲਾਂ, ਰੱਬ ਨੂੰ ਫਿਰ ਮਿਲ ਲਾਂਗੇ। ਤੇ ਹੁਣ ਉੱਥੇ ਜ਼ੁਬਾਨ ਦੀ ਕੌਣ ਸੁਣੇਗਾ? ਤੇ ਭਗਤ ਜੀ ਕਹਿੰਦੇ ਹੁਣ ਚੜ ਗਿਆ ਭਾਈ ਮੁਨਾਰੇ ਤੇ, ਪਰ ਇਹ ਦੱਸ ਵੀ ਕਿਉਂ ਚੜੇ ਐ? ਜਾਂ ਤੇ ਇਹ ਮੰਨ ਲਾ ਵੀ ਸਾਈਂ ਬਹਿਰਾ ਹੈ, ਜਾਂ ਤੇ ਇਹ ਗੱਲ ਮੰਨ ਲਾ ਵੀ ਸਾਈਂ ਬਹਿਰਾ ਹੈ, ਰੱਬ ਬਹਿਰਾ ਹੈ, ਉਹਨੂੰ ਸੁਣਦਾ ਨਹੀਂ ਭਾਈ, ਉਹਨੂੰ ਉੱਚਾ ਸੁਣਦਾ ਤਾਂ ਉੱਚੀ ਚੜ ਕੇ ਤੂੰ ਉਹਨੂੰ ਪੁਕਾਰਨ ਲੱਗਾ। ਜਾਂ ਤੇ ਇਹ ਮੰਨ, ਤੇ ਜੇ ਇਹ ਨਹੀਂ ਮੰਨਦਾ ਫਿਰ ਇਹ ਮੰਨ ਲਾ ਵੀ ਤੂੰ ਉੱਤੇ ਚੜ ਕੇ ਕੰਮ ਗਲਤ ਕਰਨ ਲੱਗਾ, ਵੀ ਤੇਰਾ ਉੱਤੇ ਚੜਨਾ ਠੀਕ ਨਹੀਂ ਹੈ। ਦੋਵਾਂ ਚੋਂ ਇੱਕ ਕੰਮ ਤੇ ਮੰਨਣਾ ਹੀ ਪਏਗਾ, ਇੱਕ ਗੱਲ ਨੂੰ ਸਾਨੂੰ ਅਸੈਪਟ ਕਰਨਾ ਹੀ ਪਏਗਾ। ਜਾਂ ਤੇ ਇਹ ਮੰਨਣਾ ਪਏਗਾ ਵੀ ਰੱਬ ਬਹਿਰਾ ਹੈ, ਸਾਨੂੰ ਉੱਚੀ ਚੜ ਕੇ ਆਵਾਜ਼ ਮਾਰਨੀ ਪੈਣੀ, ਤੇ ਜਾਂ ਇਹ ਮੰਨਣਾ ਪਏਗਾ ਵੀ ਰੱਬ ਨੂੰ ਤੇ ਸੁਣਦਾ ਹੈ ਪਰ ਅਸੀਂ ਗਲਤ ਹਾਂ, ਅਸੀਂ ਚਲਾਕ ਹਾਂ, ਅਸੀਂ ਆਪਣੀ ਚਲਾਕੀ ਨਾਲ ਰੱਬ ਨੂੰ ਵੀ ਜਿਹੜਾ ਉਹ ਗਲਤ ਸਾਬਤ ਕਰਨਾ ਚਾਹੁੰਦੇ ਹਾਂ, ਤਾਂ ਮੈਂ ਉੱਚੀ ਚੜ ਕੇ ਆਵਾਜ਼ ਮਾਰਨ ਲੱਗਿਆ। ਤੇ ਅਕਸਰ ਇਹ ਗੱਲ ਕਦੇ ਜ਼ਿੰਦਗੀ 'ਚ ਅਨੁਭਵ ਕਰਕੇ ਵੇਖਿਓ, ਜਿਹੜਾ ਬੰਦਾ ਠੀਕ ਨਾ ਹੋਵੇ ਕਿਸੇ ਗੱਲ ਉੱਤੇ, ਜ਼ਿਆਦਾਤਰ ਉਹ ਉੱਚੀ ਬੋਲ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਵੀ ਮੇਰੇ ਸਾਹਮਣੇ ਖੜਾ ਬੰਦਾ ਉਹ ਮੇਰੇ ਹਰ ਇੱਕ ਕਰਮ ਨੂੰ ਜਾਣਦਾ ਹੈ, ਜਿਸ ਗੱਲ ਉੱਤੇ ਵਿਚਾਰ ਚੱਲ ਰਹੀ ਹੈ ਉਹ ਮੇਰੇ ਉਸ ਕਰਮ ਦੇ ਉੱਤੇ ਹਰ ਇੱਕ ਚੀਜ਼ ਦੇ ਬਾਰੇ ਉਹਨੂੰ ਪਤਾ, ਉਹਨੂੰ ਗਿਆਨ ਹੈ। ਪਰ ਹੁਣ ਜੇ ਮੈਂ ਨਾ ਬੋਲਿਆ ਤੇ ਉਹਨੇ ਮੈਨੂੰ ਦੁਨੀਆ ਦੇ ਸਾਹਮਣੇ ਸਾਬਤ ਵੀ ਗਲਤ ਕਰ ਜਾਣਾ ਹੈ, ਤੇ ਉਹ ਫਿਰ ਆਪਣੇ ਆਪ ਨੂੰ ਛਪਾਉਣ ਦੇ ਲਈ ਆਪਣੀਆਂ ਗੁਸਤਾਖੀਆਂ, ਆਪਣੇ ਔਗਣ,
ਤੇ ਆਪਣੇ ਕਰਮ ਛਪਾਉਣ ਲਈ ਸਾਹਮਣੇ ਖੜੇ ਬੰਦੇ ਦੇ ਸਾਹਮਣੇ ਨਾ ਬੜੀ ਉੱਚੀ ਹੋ ਬੋਲਦਾ ਵੀ ਇਹ ਮੇਰੀ ਆਵਾਜ਼ ਤੋਂ ਇੱਕ ਤੇ ਪ੍ਰਭਾਵਿਤ ਹੋਵੇ, ਮੈਂ ਉੱਚੀ ਬੋਲ ਰਿਹਾ। ਦੂਜੀ ਗੱਲ, ਜਿਹੜੇ ਆਸ-ਪਾਸ ਖੜੇ ਹੋਏ ਲੋਕ ਨੇ ਉਹਨਾਂ ਨੂੰ ਵੀ ਇਹ ਪੱਕਾ ਹੋ ਜੇ ਵੀ ਇਹ ਤੇ ਸੱਚ ਬੋਲਦਾ, ਜਿਹੜਾ ਇੰਨੀ ਦ੍ਰਿੜਤਾ ਨਾਲ ਬੋਲ ਰਿਹਾ ਹੈ, ਇੰਨੀ ਜ਼ਿਆਦਾ ਪਰਪੱਕਤਾ ਨਾਲ ਬੋਲ ਰਿਹਾ, ਤਾਂ ਮਤਲਬ ਇਹ ਠੀਕ ਹੈ। ਤੇ ਆ ਜਿਹੜਾ ਸਾਹਮਣੇ ਖੜਾ ਹੈ ਇਹਦੀ ਆਵਾਜ਼ ਮੱਧਮ ਪੈ ਗਈ ਹੈ, ਇਹਦੀ ਆਵਾਜ਼ ਹੌਲੀ ਹੋ ਗਈ ਹੈ, ਇਹ ਝੂਠ ਬੋਲਦਾ, ਲੋਕਾਂ ਨੇ ਵੀ ਮੰਨ ਲੈਣਾ। ਤੇ ਭਗਤ ਜੀ ਨੇ ਫਿਰ ਅਗਲੀ ਪੰਕਤੀ 'ਚ ਨਾਲ ਜ਼ਿਕਰ ਕੀਤਾ, ਕਹਿੰਦੇ ਭਾਈ ਸਾਈਂ ਬਹਿਰਾ ਤੇ ਹੈ ਕੋਈ ਨਹੀਂ, ਪਰ ਨਾਲ ਇਹ ਵੀ ਖਿਆਲ ਕਰ ਜਾ ਕਾਰਨ ਤੂੰ ਬਾਂਗ ਦੇ। ਜਿਸ ਨੂੰ ਤੂੰ ਆਵਾਜ਼ਾਂ ਮਾਰਨ ਲੱਗਾ, ਜਿਸ ਕਾਰਨ ਕਰਕੇ ਤੂੰ ਆਵਾਜ਼ਾਂ ਮਾਰਨ ਲੱਗਾ, ਜਾਂ ਜਿਹਨੂੰ ਆਵਾਜ਼ਾਂ ਮਾਰਨ ਲੱਗਾ, ਦਿਲ ਹੀ ਭੀਤਰ ਜੋਏ, ਉਹਨੂੰ ਤੇ ਤੂੰ ਆਪਣੇ ਦਿਲ ਦੇ ਭੀਤਰ ਜੋ। ਜਿਹਨੂੰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨਾ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹੇ ਆ ਭਗਵੰਤ। ਤੇ ਹੁਣ ਅਸੀਂ ਉਹਨੂੰ ਬਾਹਰ ਲੱਭਣ ਤੁਰੇ ਜਾਈਏ, ਕਿੱਡੀ ਕੁ ਸਿਆਣਪ ਹੈ। ਭਗਤ ਜੀ ਕਹਿੰਦੇ ਜਾ ਕਾਰਨ ਤੂੰ ਬਾਂਗ ਦੇ। ਸੱਜਣਾ ਤੇਰੀ ਬਾਂਗ ਦੇਣੀ ਗਲਤ ਨਹੀਂ ਹੈ, ਖਿਆਲ ਕਰਿਓ ਇੱਥੇ ਇਹ ਗਲਤ ਨਹੀਂ ਵੀ ਤੂੰ ਬਾਂਗ ਕਿਉਂ ਦੇ ਰਿਹਾ। ਇੱਥੇ ਭਗਤ ਜੀ ਨੇ ਜਿਹੜਾ ਜ਼ਿਕਰ ਕੀਤਾ ਉਹ ਇਹ ਹੈ ਵੀ ਸੱਜਣਾ ਜੇ ਤੂੰ ਇਹ ਸਾਬਤ ਕਰਨਾ ਚਾਹੁੰਦਾ ਨਾ ਵੀ ਤੂੰ ਉੱਚਾ ਚੜ ਕੇ ਰੱਬ ਤੱਕ ਆਪਣੀ ਆਵਾਜ਼ ਪਹੁੰਚਾ ਦੇਂਗਾ, ਤੇਰੀ ਆਹ ਸੋਚ ਗਲਤ ਹੈ। ਆਵਾਜ਼ ਮਾਰਨੀ ਗਲਤ ਨਹੀਂ ਹੈ, ਆਵਾਜ਼ਾਂ ਤੇ ਮਾਰਨ ਨੂੰ ਆਪ ਕਹਿੰਦੇ ਨੇ ਉਹ ਵੀ, ਭਾਈ ਆਵਾਜ਼ ਮਾਰ ਰੱਬ ਨੂੰ, ਕੀ ਪਤਾ ਉਹਨੇ ਕਿਹੜੀ ਸੁਣ ਲੈਣੀ ਹੈ। ਪਰ ਜੇ ਉੱਚੇ ਚੜ ਕੇ ਵੀ ਆਵਾਜ਼ ਮਾਰਨੀ ਹੈ ਨਾ, ਤੇ ਉੱਚਾ ਚੜ ਕੇ ਆਵਾਜ਼ ਮਾਰਨ ਲੱਗਿਆ ਇਹ ਖਿਆਲ ਕਰੀ ਜੋ ਜ਼ੁਬਾਨ ਤੇ ਆ ਉਹ ਹਿਰਦੇ 'ਚ ਹੋਵੇ। ਬਸ ਇਹ ਨਾ ਹੋਵੇ ਵੀ ਉੱਚਾ ਚੜ ਕੇ ਜਦੋਂ ਆਵਾਜ਼ ਮਾਰੇ ਤੇ ਉਦੋਂ ਮਨ ਹੋਰ ਮੁਖ ਹੋਰ, ਇਹ ਨਾ ਹੋਵੇ। ਜੇ ਉੱਚਾ ਚੜ ਕੇ ਆਵਾਜ਼ ਮਾਰਨ ਲੱਗਾ ਤੇ ਮਨ ਵਿੱਚ ਵੀ ਉਹੀ ਹੋਵੇ ਜੋ ਤੇਰੀ ਰਸਨਾ ਦੇ ਉੱਤੇ ਹੈ, ਤੇ ਜੋ ਰਸਨਾ ਉੱਤੇ ਹੈ ਉਹ ਮਨ ਵਿੱਚ ਹੋਵੇ, ਜਾਂ ਜੋ ਮਨ ਵਿੱਚ ਹੈ ਉਹੀ ਰਸਨਾ ਰਾਹੀਂ ਬਾਹਰ ਕੱਢ। ਸੱਜਣਾ ਫਿਰ ਤੇ ਸ਼ਾਇਦ ਤੇਰੀ ਉੱਚੇ ਚੜ ਕੇ ਮਾਰੀ ਹੋਈ ਆਵਾਜ਼ ਵੀ ਰੱਬ ਕਬੂਲ ਲਏ, ਪ੍ਰਵਾਨ ਕਰ ਲਏ। ਪਰ ਇੰਨਾ ਖਿਆਲ ਕਰੀ ਜੇ ਤੂੰ ਉੱਚਾ ਚੜ ਕੇ ਮਨ ਵਿੱਚ ਹੋਰ ਤੇ ਮੁਖ ਤੋਂ ਕੁਝ ਹੋਰ ਬੋਲੇਗਾ ਤੇ ਸੱਜਣਾ ਫਿਰ ਨਹੀਂ ਉਹ ਰੱਬ ਦੇ ਦਰ ਤੇ ਨਾ ਆਵਾਜ਼ ਪੁੱਜਣੀ ਹੈ ਤੇ ਨਾ ਉਸ ਰੱਬ ਨੇ ਤੇਰੀ ਆਵਾਜ਼ ਨੂੰ ਸੁਣਨਾ ਹੈ। ਇੱਕ ਵਾਰੀ ਛੱਡ, ਭਾਵੇਂ ਜਿੱਡੇ ਮਰਜ਼ੀ ਉੱਚੇ ਮੁਨਾਰੇ ਤੇ ਚੜ ਕੇ ਆਵਾਜ਼ ਮਾਰ ਲਾ, ਫਿਰ ਨਹੀਂ ਉਹ ਤੱਕ ਪਹੁੰਚਣੀ। ਉਹਦੇ ਤੱਕ ਆਵਾਜ਼ ਪਹੁੰਚਾਉਣ ਦੇ ਲਈ ਉਚਾਈ ਦੀ ਜ਼ਰੂਰਤ ਨਹੀਂ ਹੈ, ਉਹਦੇ ਤੱਕ ਆਵਾਜ਼ ਪਹੁੰਚਾਉਣ ਦੇ ਲਈ ਟਿਕਾ ਦੀ ਜ਼ਰੂਰਤ ਹੈ। ਜਦੋਂ ਟਿਕ ਜਾਵਾਂਗੇ ਉਦੋਂ ਆਵਾਜ਼ ਉਹਦੇ ਦਰ ਤੇ ਪਹੁੰਚ ਜਾਏਗੀ। ਉਚਾਈ ਨਹੀਂ ਚਾਹੀਦੀ। ਉਚਾਈ ਨੂੰ ਭਾਵੇਂ ਅਸੀਂ ਜਿੱਡੀ ਮਰਜ਼ੀ ਉੱਚੀ ਇਮਾਰਤ ਬਣਾ ਲਈਏ ਤੇ ਉੱਚੀ ਇਮਾਰਤ ਬਣਾ ਕੇ ਅਸੀਂ ਚੜ ਜਾਈਏ ਸਿਖਰ ਦੇ ਉੱਤੇ, ਟੌਪ ਦੇ ਉੱਤੇ, ਤੇ ਉੱਥੇ ਜਾ ਕੇ ਕਹੀਏ ਲੈ ਰੱਬਾ ਮੈਂ ਤੇ ਅਸਮਾਨ ਦੇ ਵੀ ਨੇੜੇ ਬੱਦਲਾਂ ਤੋਂ ਪਾਰ ਹੋ ਗਿਆ, ਮੈਂ ਹੁਣ ਇੱਥੇ ਖੜ ਕੇ ਤੈਨੂੰ ਆਵਾਜ਼ ਮਾਰਨੀ ਤੇ ਤੂੰ ਛੇਤੀ ਸੁਣ ਲੈਣੀ। ਤੇ ਫਿਰ ਵੀ ਉਹਨੇ ਨਹੀਂ ਸੁਣਨੀ। ਕਿਉਂ? ਕਿਉਂਕਿ ਮਨ ਵਿੱਚ ਅਸੀਂ ਕੁਝ ਹੋਰ ਲੈ ਕੇ ਬੈਠੇ ਹਾਂ ਤੇ ਜ਼ੁਬਾਨ ਤੇ ਸਾਡੇ ਕੁਝ ਹੋਰ ਹੈ। ਤੇ ਉਹਦੇ ਲਈ ਸਤਿਗੁਰੂ ਬਾਣੀ 'ਚ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਸੱਜਣਾ ਹੁਣ ਤੂੰ ਵੇਖ ਲਾ ਵੀ ਤੂੰ ਜ਼ਮੀਨ ਤੇ ਵੀ ਭਾਰ ਬਣਨਾ ਤੇ ਇਮਾਰਤ ਜਿਹੜੀ ਤੂੰ ਰੱਬ ਦੇ ਕੋਲੇ ਆਵਾਜ਼ ਪਹੁੰਚਾਉਣ ਲਈ ਉੱਚੀ ਬਣਾਈ ਉਹ ਵੀ ਇੱਕ ਭਾਰ ਹੀ ਹੈ ਨਾ। ਫਿਰ ਕਿਉਂ? ਉਸ ਇਮਾਰਤ ਦੇ ਵੀ ਤੂੰ ਚੜ ਜਾਣਾ। ਤੇ ਜੇ ਤੇਰੇ ਹਿਰਦੇ 'ਚ ਰੱਬੀ ਯਾਦ ਹੀ ਨਹੀਂ ਤੇ ਫਿਰ ਉਸ ਇਮਾਰਤ ਤੇ ਚੜ ਕੇ ਵੀ ਤੂੰ ਭਾਰ ਹੀ ਹੈ। ਜੇ ਤੇਰੇ ਹਿਰਦੇ 'ਚ ਰੱਬੀ ਯਾਦ ਨਹੀਂ, ਧਰਤੀ ਤੇ ਬੈਠਾ ਵੀ ਤੂੰ ਭਾਰ ਹੀ ਹੈ। ਤੇ ਜੇ ਤੇਰੇ ਹਿਰਦੇ ਵਿੱਚ ਰੱਬੀ ਯਾਦ ਹੈ ਸੱਜਣਾ, ਫਿਰ ਤੂੰ ਉਹਦੇ ਦਰ ਤੇ ਪ੍ਰਵਾਨੀਆਂ ਵੀ ਜਾਏਗਾ, ਕਬੂਲ ਵੀ ਪੈ ਜਾਏਗਾ। ਫਿਰ ਭਾਵੇਂ ਉਹ ਬੇਸਮੈਂਟ ਵਿੱਚ ਜਾ ਕੇ ਵੀ ਆਵਾਜ਼ ਮਾਰ ਲਾ ਤਾਂ ਵੀ ਸੁਣੀ ਜਾਣੀ। ਮਨਾਰੇ ਤੇ ਚੜਨ ਦੀ ਗੱਲ ਛੱਡ, ਜੇ ਤੂੰ ਹਿਰਦੇ ਕਰਕੇ ਰੱਬ ਨਾਲ ਪਿਆਰ ਕਰਦਾ ਤੇ ਫਿਰ ਭਾਵੇਂ ਉੱਪਰ ਜਾਣ ਦੀ ਬਜਾਏ ਹੇਠਾਂ ਨੂੰ ਜਾਣਾ ਸ਼ੁਰੂ ਕਰ ਦੇ, ਆਵਾਜ਼ ਤੇ ਫਿਰ ਵੀ ਪਹੁੰਚ ਜਾਣੀ ਹੈ। ਕਿਉਂਕਿ ਜਿਸ ਨੂੰ ਤੂੰ ਸੱਦਣ ਲੱਗਾ
ਜਿਹਨੂੰ ਤੂੰ ਬੁਲਾਉਣ ਲੱਗਾ ਤੂੰ ਉੱਤੇ ਚਲਾ ਜਾ, ਉਹਨੇ ਤਾਂ ਵੀ ਤੇਰੇ ਦਿਲ 'ਚ ਰਹਿਣਾ। ਤੂੰ ਹੇਠਾਂ ਚਲਾ ਜਾ, ਉਹ ਤਾਂ ਵੀ ਤੇਰੇ ਦਿਲ ਵਿੱਚ ਹੀ ਬੈਠਾ ਹੈ, ਤੇ ਉਹਨੂੰ ਦਿਲ ਵਿੱਚ ਲੱਭਣ ਦੀ ਕੋਸ਼ਿਸ਼ ਕਰ। ਜਿਹਨੂੰ ਸਤਿਗੁਰੂ ਜੀ ਨੇ ਆਖਿਆ ਸੀ ਨਾ, ਦਿਲ ਮੈਂ ਖੋਜ ਦਿਲ ਦਿਲ ਖੋਜੋ, ਇਹੀ ਠੌਰ ਮੁਕਾਮ। ਉਹ ਸੱਜਣਾ ਆਪਣੇ ਦਿਲ ਦੀ ਖੋਜ ਕਰ, ਕਿਉਂਕਿ ਮੁਕਾਮ ਥਾਂ ਰੱਬ ਦੀ ਇਹੀ ਹੈ। ਇਦੋਂ ਵਧੀਆ ਰੱਬ ਦੀ ਥਾਂ ਕੋਈ ਨਹੀਂ। ਹਰਮੰਦਰ ਇਹੋ ਸਰੀਰ ਹੈ ਜਿੱਥੋਂ ਹਰ ਜਾਤਾ, ਇੱਥੋਂ ਹੀ ਰੱਬ ਨੇ ਲੱਭਣਾ। ਇਹ ਰੱਬ ਦਾ ਘਰ ਹੈ, ਤੇ ਤੂੰ ਰੱਬ ਦੇ ਘਰ ਦੇ ਵਿੱਚੋਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ। ਬਾਂਗਾਂ ਤੂੰ ਕਿਸੇ ਹੋਰ ਥਾਂ ਤੇ ਜਾ ਕੇ ਦੇਂਦਾ ਫਿਰਦਾ ਹੈ, ਆਵਾਜ਼ਾਂ ਤੂੰ ਕਿਤੇ ਹੋਰ ਜਾ ਜਾ ਕੇ ਮਾਰਦਾ ਫਿਰਦਾ ਹੈ, ਤੇ ਅੰਦਰ ਤੇਰੇ ਕੁਝ ਹੋਰ ਤੁਰਿਆ ਫਿਰਦਾ ਹੈ। ਖਿਮਾ ਕਰਿਓ, ਮੈਂ ਇਹ ਬਚਨ ਵਰਤਨ ਲੱਗਿਆ। ਜੇ ਅਸੀਂ ਗੁਰੂ ਸਾਹਿਬ ਦੀ ਗੋਦ ਵਿੱਚ ਬਹਿ ਕੇ ਬਾਣੀ ਪੜ੍ਹਨ ਲੱਗੇ ਆ ਨਾ, ਤੇ ਬਾਣੀ ਪੜ੍ਹਦਿਆਂ ਵੀ ਸਾਡਾ ਮਨ ਇਕਾਗਰ ਨਹੀਂ, ਤੇ ਸਾਡੀ ਬਾਣੀ ਪੜ੍ਹੀ ਵੀ ਕਬੂਲ ਨਹੀਂ ਜੇ ਪੈਣੀ। ਕੱਲੀ ਬਾਂਗ ਦੇਣ ਦੀ ਬਾਤ ਛੱਡੋ, ਉਸ ਜਿਹਦੀ ਗੱਲ ਭਗਤ ਕਬੀਰ ਸਾਹਿਬ ਕਰ ਰਹੇ ਨੇ ਉਹਦੀ ਬਾਤ ਛੱਡੋ। ਉਹ ਗੁਰੂ ਕੇ ਸਿੱਖਾ, ਜੇ ਤੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਬਾਣੀ ਪੜ੍ਹਨ ਲੱਗੇ ਆ ਨਾ, ਤੇ ਬਾਣੀ ਪੜ੍ਹਨ ਲੱਗਿਆ ਤੂੰ ਕਹਿਣਾ ਮੇਰੇ ਤੇ ਗੁਰੂ ਪ੍ਰਸੰਨ ਹੋਣਗੇ, ਮੇਰੇ ਤੇ ਅਕਾਲ ਪੁਰਖ ਪ੍ਰਮਾਤਮਾ ਪ੍ਰਸੰਨ ਹੋਣਗੇ। ਸਜਣਾ ਇੰਨਾ ਖਿਆਲ ਕਰੀ, ਬਾਣੀ ਪੜ੍ਹਨ ਲੱਗਿਆ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਿਆ, ਕੋਸ਼ਿਸ਼ ਕਰ ਤੇਰਾ ਹਿਰਦਾ ਇਕਾਗਰ ਹੋਵੇ। ਜੇ ਇਕਾਗਰ ਹੋਏਗਾ ਫਿਰ ਤੇ ਗੁਰੂ ਵੀ ਕਬੂਲ ਲਏਗਾ ਤੇਰੀ ਪੜ੍ਹੀ ਬਾਣੀ, ਤੇ ਫਿਰ ਅਕਾਲ ਪੁਰਖ ਵੀ ਕਬੂਲ ਲਏਗਾ। ਤੇ ਜੇ ਬਾਣੀ ਪੜਨ ਲੱਗਿਆ ਤੇਰਾ ਹਿਰਦਾ ਹੀ ਇਕਾਗਰ ਨਾ ਹੋਇਆ ਸੱਜਣਾ, ਫਿਰ ਕਬੂਲ ਕਿਤੇ ਵੀ ਨਹੀਂ ਪੈਣੀ। ਇੰਨਾ ਕਿ ਤੇਰੀ ਮਿੱਠੀ ਆਵਾਜ਼ ਸੁਣ ਕੇ, ਚੰਗੀ ਆਵਾਜ਼ ਸੁਣ ਕੇ ਤੇਰੇ ਕੋਲ ਬੈਠੇ ਲੋਕ ਤੇ ਪ੍ਰਭਾਵਿਤ ਹੋ ਜਾਣਗੇ, ਪਰ ਰੱਬ ਨਾ ਤੇ ਚੰਗੀ ਆਵਾਜ਼ ਵੇਖਦਾ, ਨਾ ਮਿੱਠੀ ਆਵਾਜ਼ ਵੇਖਦਾ, ਨਾ ਹੀ ਉਹਨੇ ਤੇਰੇ ਰਾਗ ਵੇਖਣੇ, ਨਾ ਹੀ ਉਹਨੇ ਤੇਰੇ ਆਲਾਪ ਵੇਖਣੇ। ਉਹਨੇ ਤੇ ਵੇਖਣਾ ਤੂੰ ਹਿਰਦੇ ਕਰਕੇ ਕੀ ਲੈ ਕੇ ਬੈਠਾ। ਕਿਉਂਕਿ ਜੇ ਰਾਗ ਤੇ ਆਲਾਪ ਵੇਖਦਾ ਹੁੰਦਾ ਨਾ ਉਹ, ਤੇ ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਇੱਕ ਲਫ਼ਜ਼ ਵਰਤਿਆ ਸੀ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਕਿਉਂਕਿ ਦਿਲ ਵਿੱਚ ਜਿਹੜਾ ਸੀ ਉਹਨੂੰ ਦਿਲ ਵਿੱਚੋਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੋ ਹਿਰਦੇ ਵਿੱਚ ਸੀ ਉਹਨੂੰ ਹਿਰਦੇ ਵਿੱਚੋਂ ਹਾਸਲ ਕਰਨ ਦਾ ਯਤਨ ਹੀ ਨਹੀਂ ਕੀਤਾ, ਕੋਸ਼ਿਸ਼ ਹੀ ਨਹੀਂ ਕੀਤੀ। ਉਹਨੂੰ ਬਾਹਰੋਂ ਬਾਹਰ ਹੀ ਮੈਂ ਲੱਭਦਾ ਰਹਿ ਗਿਆ। ਸਾਰੀ ਜ਼ਿੰਦਗੀ ਜਿਵੇਂ ਮੈਂ ਦੁਨਿਆਵੀ ਚੀਜ਼ਾਂ ਬਾਹਰੋਂ ਖੋਜਦਾ ਰਿਹਾ ਨਾ, ਇੱਕ ਮਨ 'ਚ ਭੁਲੇਖਾ ਸੀ ਸ਼ਾਇਦ ਰੱਬ ਵੀ ਇਦਾਂ ਹੀ ਮਿਲ ਜੇ, ਸ਼ਾਇਦ ਅਕਾਲ ਪੁਰਖ ਵੀ ਇਦਾਂ ਹੀ ਮਿਲ ਜੇ। ਤੇ ਇਹ ਭਰਮ ਦੂਰ ਉਦਣ ਹੀ ਹੋਣਾ ਜਿੱਦਣ ਮੈਂ ਅੰਦਰੋਂ ਖੋਜਣ ਦੀ ਕੋਸ਼ਿਸ਼ ਕਰ ਲਾਂਗਾ, ਜਿੱਦਣ ਸਮਝ ਲਾਂਗਾ ਵੀ ਵਾਕਈ ਭਾਈ ਰੱਬ ਦਾ ਮੁਕਾਮ ਜਿਹੜਾ ਉਹ ਮੇਰਾ ਅੰਦਰ ਹੀ ਹੈ। ਤੇ ਮੈਂ ਸਭ ਤੋਂ ਵਧੀਆ ਜੇ ਰੱਬ ਨੂੰ ਲੱਭਣਾ ਚਾਹੁੰਦਾ, ਤੇ ਸਭ ਤੋਂ ਛੇਤੀ ਲੱਭਣਾ ਚਾਹੁੰਦਾ, ਜਲਦੀ ਲੱਭਣਾ ਚਾਹੁੰਦਾ, ਤੇ ਫਿਰ ਆਪਣੇ ਆਪੇ ਦੀ ਪੜਚੋਲ ਹੈ। ਇਦੋਂ ਵਧੀਆ ਕੁਛ ਨਹੀਂ ਹੈ। ਅੰਦਰ ਖੋਜ ਲਾਂਗੇ ਜਿੱਦਣ। ਇੱਕ ਸਵਾਲ ਮੈਂ ਤੁਹਾਡੇ ਅੱਗੇ ਰੱਖਦਾ, ਅੱਜ ਤੱਕ ਕੋਈ ਬੰਦਾ ਐਸਾ ਮਿਲਿਆ ਹੋਵੇ ਜਿਨੇ ਇਹ ਕਿਹਾ ਹੋਵੇ ਮੈਨੂੰ ਰੱਬ ਮਿਲਿਆ ਪਰ ਬਾਹਰੋਂ ਮਿਲਿਆ, ਅੰਦਰੋਂ ਨਹੀਂ ਮਿਲਿਆ? ਕਿਸੇ ਨੇ ਕਿਹਾ ਹੋਵੇ? ਹੁਣ ਇਹਦੇ ਪੈਰਲਰ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ 'ਚੋਂ ਪੱਖ ਰੱਖਣ ਲੱਗਿਆ। ਜਿਹੜੇ ਸਿੱਧਾਂ ਨੇ, ਜਿਹੜੇ ਜੋਗੀਆਂ ਨੇ ਬਾਬੇ ਨਾਨਕ ਨਾਲ ਗੋਸ਼ਟੀ ਕੀਤੀ ਹੈ, ਉਹਨਾਂ ਤੋਂ ਚੰਗੇ ਨਹੀਂ ਅਸੀਂ, ਇੰਨਾ ਖਿਆਲ ਜ਼ਰੂਰ ਕਰਿਓ। ਉਹਨਾਂ ਤੋਂ ਚੰਗੇ ਨਹੀਂ ਆ ਅਸੀਂ, ਉਹਨਾਂ ਵਰਗੀ ਜੀਵਨ ਜਾਚ ਨਹੀਂ ਹੈ, ਉਹਨਾਂ ਵਰਗਾ ਜਿਉਣ ਦਾ ਢੰਗ ਵੀ ਨਹੀਂ ਹੈ ਸਾਡਾ। ਉਹ ਬਾ ਕਮਾਲ ਦੀ ਜ਼ਿੰਦਗੀ ਜਿਉਂਦੇ ਨੇ, ਜੀਵਨ ਬੜਾ ਵਧੀਆ, ਜਿਉਂਦੇ ਬੜਾ ਵਧੀਆ ਨੇ। ਕਿਉਂਕਿ ਜਿੰਨੀ ਕੁ ਵਿਸ਼ਾਲ ਸੋਚ ਨਾਲ ਉਹਨਾਂ ਨੇ ਬਾਬੇ ਨਾਨਕ ਤੋਂ ਸਵਾਲ ਪੁੱਛੇ ਨੇ, ਸਾਡੇ ਸਾਹਮਣੇ ਸਿੱਧ ਗੋਸ਼ਟ ਬਾਣੀ ਹੈ, ਉਹ ਸਾਰੀ ਦੀ ਸਾਰੀ ਬਾਣੀ ਵਿੱਚ ਬਾਬੇ ਨਾਨਕ ਨੂੰ ਉਹਨਾਂ ਨੇ ਅਦਭੁਤ ਜਿਹੇ ਸਵਾਲ, ਅਦਭੁਤ ਜਿਹੇ ਪ੍ਰਸ਼ਨ ਪੁੱਛੇ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਤੇ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹ ਕਿੱਡੀ ਗਹਿਰਾਈ, ਕਿੱਡੀ ਡੂੰਘੀ ਸੋਚ ਤੇ ਕਿੱਡੀ ਵਿਸ਼ਾਲ ਸੋਚ ਦੇ ਮਾਲਕ ਨੇ। ਅਸੀਂ ਤੇ ਉਹਨਾਂ ਬਰਾਬਰ ਹੈ ਹੀ ਨਹੀਂ। ਪਰ ਬਾਬੇ ਨਾਨਕ ਨੇ ਉਹਨਾਂ ਨੂੰ ਵੀ ਕਹਿਤਾ ਸੀ, ਉਹ ਤੁਸੀਂ ਰੱਬ ਕਿੱਥੇ ਲੱਭਦੇ ਫਿਰਦੇ ਜੇ? ਆ ਸੁਮੇਰ ਪਰਬਤ ਤੇ ਤੁਸੀਂ ਚੜ੍ਹਤੇ ਗਏ, ਹੁਣ ਸੁਮੇਰ ਪਰਬਤ ਤੋਂ ਉੱਚਾ ਕਿਹੜਾ ਥਾਂ? ਇੱਥੇ ਤੇ ਭਗਤ ਜੀ ਨੇ ਗੱਲ ਕੀਤੀ ਨਾ, ਮੁਨਾਰੇ ਕਿਆ ਚੜ੍ਹੇ, ਵੀ ਤੂੰ ਮੁਨਾਰਿਆਂ ਦੀ ਗੱਲ ਛੱਡ। ਹੁਣ ਗੁਰੂ ਨਾਨਕ ਸਾਹਿਬ ਨਾਲ ਜਿਹੜੇ ਸਿੱਧ ਨੇ, ਜਿਨ੍ਹਾਂ ਨੇ ਗੋਸ਼ਟੀ ਕੀਤੀ, ਉਹ ਸੁਮੇਰ ਪਰਬਤ ਤੇ ਬੈਠੇ ਨੇ। ਮੁਨਾਰਾ ਉਦੋਂ ਉੱਚਾ ਨਹੀਂ ਜੇ ਹੋ ਸਕਦਾ।
ਸੁਮੇਰ ਪਰਬਤ ਨੂੰ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਹੁਣ ਸੁਮੇਰ ਪਰਬਤ ਜੇ ਸਭ ਤੋਂ ਉੱਚਾ ਹੈ ਤੇ ਸੁਭਾਵਿਕ ਜਿਹੀ ਗੱਲ ਹੈ, ਸਾਡੇ ਦੁਆਰਾ ਬਣਾਇਆ ਹੋਇਆ ਮੁਨਾਰਾ, ਸਾਡੇ ਦੁਆਰਾ ਬਣਾਈ ਹੋਈ ਇਮਾਰਤ ਸੁਮੇਰ ਪਰਬਤ ਦੀ ਬਰਾਬਰੀ ਨਹੀਂ ਕਰ ਸਕਦੀ। ਤੇ ਸੁਮੇਰ ਪਰਬਤ ਦੇ ਉੱਤੇ ਬੈਠੇ ਹੋਏ ਸਿੱਧਾਂ ਨੂੰ ਜਾ ਕੇ ਬਾਬਾ ਨਾਨਕ ਨੇ ਕਹਿਤਾ, ਉਹ ਤੁਸੀਂ ਰੱਬ ਕਿੱਥੇ ਲੱਭਦੇ ਫਿਰਦੇ ਜੇ? ਤੇ ਆਪ ਸੋਚੋ, ਜਿਹੜਾ ਮੁਨਾਰੇ ਤੇ ਬਹਿ ਕੇ ਰੱਬ ਨੂੰ ਆਵਾਜ਼ਾਂ ਮਾਰਨ ਲੱਗਾ, ਕਿ ਬਾਬਾ ਨਾਨਕ ਉਹਨੂੰ ਕਹਿ ਦੇਗਾ ਵੀ ਤੂੰ ਬੜਾ ਚੰਗਾ ਕੰਮ ਕਰਨ ਲੱਗਾ? ਜਾਂ ਗੁਰੂ ਨਾਨਕ ਸਾਹਿਬ ਉਹਨੂੰ ਕਹਿ ਦੇਣਗੇ ਵੀ ਸੱਜਣਾ ਹਾਂ ਮੁਨਾਰੇ ਤੇ ਬਹਿ ਕੇ ਰੱਬ ਨੂੰ ਆਵਾਜ਼ਾਂ ਮਾਰ, ਬੜੀ ਛੇਤੀ ਮਿਲ ਜਾਣਾ? ਬਾਬੇ ਨਾਨਕ ਨੇ ਜੇ ਸਿੱਧਾਂ ਨੂੰ ਜਾ ਕੇ ਕਿਹਾ ਉਹ ਅੰਦਰ ਖੋਜੋ, ਐਵੇਂ ਕਿਉਂ ਦੁਨੀਆ ਛੱਡ ਕੇ ਤੁਸੀਂ ਆ ਪਰਬਤਾਂ ਤੇ ਚੜ ਕੇ ਬੈਠੇ ਹੋ? ਚੰਗਾ ਭਲਾ ਗ੍ਰਸਥ ਜੀਵਨ ਆਪਣਾ ਬਤੀਤ ਕਰੋ, ਜ਼ਿੰਦਗੀ ਚੰਗੀ ਭਲੀ ਗੁਜ਼ਾਰੋ, ਐਵੇਂ ਇੱਥੇ ਪੌਣ ਆਹਾਰੀ ਬਣ ਕੇ ਬੈਠੇ ਹੋ, ਆਪਣੇ ਸਾਹ ਰੋਕ ਕੇ ਬੈਠੇ ਹੋ। ਤੇ ਕੀ ਕਰ ਲਿਆ ਤੁਸੀਂ? 3-3, 400 ਸਾਲ ਤੁਹਾਨੂੰ ਹੋ ਚੁੱਕੇ ਹੈ ਤੇ ਤੁਸੀਂ ਅਜੇ ਵੀ ਮੁਕਤੀ ਲੈਣੀ ਚਾਹੁੰਦੇ ਹੋ, ਅਜੇ ਵੀ ਕਹਿੰਦੇ ਹੋ ਅਸੀਂ ਮੁਕਤੀ ਸਾਨੂੰ ਮਿਲੀ ਕੋਈ ਨਹੀਂ। ਤੇ ਫਿਰ ਇਦੋਂ ਚੰਗਾ ਨਹੀਂ ਸੀ ਗ੍ਰਸਥ ਜੀਵਨ ਬਤੀਤ ਕਰਦੇ, ਉੱਥੇ ਰਹਿੰਦਿਆਂ ਹੋਇਆਂ ਆਪਣੀ ਹਰ ਸਰੀਰਕ ਲੋੜ ਨੂੰ ਵੀ ਪੂਰੀਆਂ ਕਰਦੇ, ਤੇ ਜਿਵੇਂ ਇੱਥੇ ਬਹਿ ਕੇ ਕੋਸ਼ਿਸ਼ ਕਰਦੇ ਹੋ ਰੱਬ ਨੂੰ ਧਿਆਉਣ ਦੀ, ਉਵੇਂ ਗ੍ਰਸਥ ਜੀਵਨ ਬਤੀਤ ਕਰਦੇ ਆ ਰੱਬ ਨੂੰ ਧਿਆਉਂਦੇ, ਤੇ ਸ਼ਾਇਦ ਇਦੋਂ ਪਹਿਲਾਂ ਤੁਹਾਨੂੰ ਅਕਾਲ ਪੁਰਖ ਪਰਮਾਤਮਾ ਮਿਲ ਜਾਂਦਾ। ਤੇ ਅੱਜ ਭਗਤ ਜੀ ਕਹਿੰਦੇ ਇਸ ਲਈ ਸੱਜਣਾ ਬਾਹਰੋਂ ਛੱਡ, ਕਿਉਂਕਿ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਬਾਹਰੋਂ ਲੱਭੇਗਾ ਤੇ ਦੁਖੀ ਹੋਏਗਾ। ਅੰਮ੍ਰਿਤ ਤੇ ਘਰ 'ਚ ਬੈਠਾ, ਅੰਮ੍ਰਿਤ ਤੇ ਘਰ ਦੇ ਵਿੱਚ ਪਿਆ ਤੇ ਲੱਭੀ ਤੂੰ ਬਾਹਰ ਜਾਣਾ। ਤੇ ਉਹ ਜਿਹੜਾ ਹੁਣ ਵਸਤੂ ਪਦਾਰਥ ਤੂੰ ਬਾਹਰੋਂ ਲੱਭਣ ਲੱਗੇ ਐ, ਕਦੇ ਵੀ ਸੋਚ ਕੇ ਵੇਖੀ, ਘਰ ਵਿਚਲੀ ਚੀਜ਼ ਤੂੰ ਬਾਹਰੋਂ ਲੈਣ ਤੁਰਿਆ ਜਾਵੇਂ। ਤੇ ਸਤਿਗੁਰੂ ਬਾਣੀ 'ਚ ਇੱਕ ਗੱਲ ਕਹਿੰਦੇ, ਜੇ ਘਰ ਹੁੰਦਾ ਮੰਗਣ ਜਾਈਏ, ਫਿਰ ਉਲਾਮਾ ਮਿਲੇ ਤਾਂ ਹੀ। ਘਰ ਵਿੱਚ ਵਸਤੂ ਹੋਵੇ, ਮੰਗਣ ਮੈਂ ਬਾਹਰ ਤੁਰਿਆ ਜਾਵਾਂ। ਜਿਵੇਂ ਸੌਖਾ ਜਿਹਾ ਆਪਾਂ ਐਗਜ਼ਾਮਪਲ ਲੈ ਚੱਲੀਏ, ਮੋਟਰਸਾਈਕਲ ਘਰ ਦੇ ਵਿੱਚ ਖੜਾ ਲਿਆ ਕੇ ਨਵਾਂ, ਇਹ ਵੀ ਨਹੀਂ ਕਹਿ ਸਕਦੇ ਵੀ ਖਰਾਬ ਹੈ, ਬਿਲਕੁਲ ਨਵਾਂ ਚੱਲਦਾ, ਜਿਹਨੂੰ ਜਿੱਥੇ ਮਰਜ਼ੀ ਜਦੋਂ ਮਰਜ਼ੀ ਲੈ ਜਾਈਏ। ਉਹ ਘਰ 'ਚ ਕੱਪੜਾ ਪਾ ਕੇ ਢਕਿਆ ਹੋਵੇ ਤੇ ਲੋਕ ਗੁਆਂਢੀਆਂ ਦੇ ਘਰ 'ਚ ਜਾ ਕੇ ਕਹੀਏ ਵੀ ਮੋਟਰਸਾਈਕਲ ਦਿਓ ਮੈਂ ਸ਼ਹਿਰ ਜਾਣਾ, ਤੇ ਅਗਲੇ ਕਹਿਣਗੇ ਵੀ ਬੜਾ ਚੰਗਾ ਕੰਮ ਹੈ। ਅਗਲੇ ਨੇ ਪਹਿਲਾਂ ਇਹੀ ਕਹਿਣਾ ਨਾ ਘਰੇ ਖੜਾ ਉਹਨੂੰ ਲੈ ਜਾ। ਤੇ ਚਲੋ ਅਗਲਾ ਇੱਕ ਵਾਰੀ ਦੇ ਵੀ ਦੇਗਾ, ਉਹਨੇ ਚਾਬੀ ਦੇਤੀ, ਉਹਨੇ ਕਿਹਾ ਭਾਈ ਲੈ ਜਾ ਕੋਈ ਗੱਲ ਨਹੀਂ, ਪਰ ਬਾਅਦ 'ਚ ਜਿਹੜੀਆਂ ਗੱਲਾਂ ਬਣਨਗੀਆਂ ਉਹ ਲਾਮਾ ਹੀ ਹੈ ਨਾ। ਕਿਉਂ? ਅਗਲੇ ਇਹੀ ਕਹਿਣਗੇ ਨਾ ਵੀ ਘਰ ਦੇ ਵਿੱਚ ਨਵਾਂ ਖੜਾ, ਮੰਗਣ ਦੀ ਆਦਤ ਨਹੀਂ ਗਈ, ਸਾਡੇ ਕੋਲ ਫੇਰ ਮੰਗਣ ਤੁਰਿਆ ਆਉਂਦਾ। ਤੇ ਹੁਣ ਵਸਤੂ ਅਕਾਲ ਪੁਰਖ ਪਰਮਾਤਮਾ, ਉਹ ਅੰਮ੍ਰਿਤ ਰੱਬ, ਕੋਈ ਨਾਮ ਦੇ ਲਓ, ਬੈਠਾ ਸਾਡੇ ਹਿਰਦੇ 'ਚ, ਅਸੀਂ ਉਹਨੂੰ ਬਾਹਰ ਲੱਭਣ ਤੁਰੇ ਜਾਈਏ ਤੇ ਜਿਹਦੇ ਕੋਲੋਂ ਜਾ ਕੇ ਪੁੱਛਾਂਗੇ ਅਗਲਾ ਇਹੀ ਕਹੇਗਾ ਨਾ ਵੀ ਬੈਠਾ ਤੇ ਤੇਰੇ ਘਰ 'ਚ ਹੈ। ਚਲੋ ਇੱਕ ਵਾਰੀ ਸਾਨੂੰ ਅਗਲਾ ਕਹਿ ਵੀ ਦੇਗਾ ਚੱਲ ਆ ਮੈਂ ਤੈਨੂੰ ਰੱਬ ਮਿਲਾ ਦੇਣਾ, ਤੇ ਹੁਣ ਰੱਬ ਮਿਲਾਉਣ ਦੇ ਲਈ ਉਹਨੇ ਤਰੀਕਾ ਹੀ ਦੱਸਣਾ, ਢੰਗ ਹੀ ਦੱਸਣਾ। ਇਹ ਤੇ ਹੈ ਨਹੀਂ ਵੀ ਉਹਨੇ ਚੁੱਕ ਕੇ ਤੇ ਸਾਨੂੰ ਹੱਥ 'ਚ ਫੜਾ ਦੇਣਾ ਵੀ ਆਹ ਲੈ ਰੱਬ ਲੈ ਜਾ। ਤਰੀਕਾ ਦੱਸੇਗਾ। ਅਖੀਰ ਕਿਤੇ ਨਾ ਕਿਤੇ ਜਾ ਕੇ ਤੇ ਸਾਨੂੰ ਇਹ ਮੰਨਣਾ ਹੀ ਪੈਣਾ ਨਾ ਵੀ ਮੈਨੂੰ ਤੇ ਲੱਭਿਆ ਤੇ ਅੰਦਰੋਂ ਹੀ ਹੈ ਨਾ, ਹਾਸਲ ਤੇ ਮੈਨੂੰ ਅੰਦਰੋਂ ਹੀ ਹੋਇਆ। ਤੇ ਜੇ ਉਹਨੇ ਅੰਦਰੋਂ ਹੀ ਮਿਲਣਾ ਤੇ ਫਿਰ ਅਸੀਂ ਉਹਨੂੰ ਅੰਦਰੋਂ ਹੀ ਆਪਣੇ ਹਿਰਦੇ ਵਿੱਚੋਂ ਹੀ ਲੱਭਣ ਦੀ ਕਿਉਂ ਨਹੀਂ ਕੋਸ਼ਿਸ਼ ਕਰਦੇ? ਬਾਹਰੋਂ ਲੱਭ ਕੇ ਅਸੀਂ ਕਰ ਵੀ ਕੀ ਲਵਾਂਗੇ? ਅੱਜ ਤੱਕ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਹਾਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਘੱਟ ਘੱਟ ਮੈਂ ਹਰ ਜੂ ਵਸੈ, ਹਰ ਥਾਂ ਉੱਤੇ ਅਕਾਲ ਪੁਰਖ ਵਸਦਾ। ਪਰ ਚੇਤੇ ਰੱਖਿਓ, ਬਾਹਰੋਂ ਉਦਣ ਹੀ ਦਿਸਣ ਲੱਗੇਗਾ ਜਦੋਂ ਅੰਦਰ ਦਿਸ ਗਿਆ। ਜਿਸ ਦਿਨ ਅੰਦਰੋਂ ਮਹਿਸੂਸ ਕਰ ਲਿਆ, ਬਾਹਰੋਂ ਉਦਣ ਹੀ ਮਹਿਸੂਸ ਹੋਣਾ। ਨਹੀਂ ਤੇ ਅੰਦਰੋਂ ਜਿੰਨਾ ਜਦੋਂ ਤੱਕ ਮਹਿਸੂਸ ਹੋਇਆ, ਬਾਹਰੋਂ ਕਿਤੇ ਵੀ ਨਹੀਂ ਲੱਭ ਸਕਦੇ। ਹੁਣ ਭਾਈ ਕਨ੍ਹਈਆ ਜੀ ਨੂੰ ਆਪਾਂ ਅਕਸਰ ਵਿਚਾਰਦੇ ਹਾਂ। ਹੁਣ ਭਾਈ ਕਨ੍ਹਈਆ ਜੀ ਨੇ ਬੜੀ ਵੱਡੀ ਗੱਲ ਆਖੀ ਸੀ ਵੀ ਸਤਿਗੁਰੂ ਮੈਨੂੰ ਸਾਰਿਆਂ ਵਿੱਚੋਂ ਤੂੰ ਦਿਸਦਾ, ਤੇ ਜਦੋਂ ਤੂੰ ਕਹਿੰਦਾ ਵੀ ਜਲ ਛਕਾਓ, ਮੈਂ ਕਿੱਦਾਂ ਮਨਾ ਕਰਦਾ?
ਇਸੇ ਤਰ੍ਹਾਂ ਹੀ ਨਾ ਵੀ ਭਾਈ ਕਨ੍ਹਈਆ ਜੀ ਜੰਗ ਦੇ ਵਿੱਚ ਜਲ ਛਕਾਉਂਦੇ, ਉਹ ਮੁਸਲਮਾਨਾਂ ਨੂੰ ਵੀ ਛਕਾਈ ਜਾਂਦੇ, ਸਿੱਖਾਂ ਨੂੰ ਵੀ ਛਕਾਈ ਜਾਂਦੇ, ਵੈਰੀਆਂ ਨੂੰ ਵੀ ਛਕਾਈ ਜਾਂਦੇ, ਜੋ ਉਸ ਵਕਤ ਜੰਗ ਕਰ ਰਹੇ ਨੇ। ਤੇ ਜਦੋਂ ਸ਼ਿਕਾਰੇ ਸਿੱਖਾਂ ਨੇ ਜਾ ਕੇ ਸ਼ਿਕਾਇਤ ਕਰਤੀ ਤੇ ਭਾਈ ਕਨ੍ਹਈਆ ਜੀ ਨੇ ਕਿਹਾ ਸੀ ਨਾ ਵੀ ਸਤਿਗੁਰੂ ਮੈਂ ਕੀ ਕਰਾਂ ਵੀ ਮੈਨੂੰ ਸਾਰਿਆਂ ਚੋਂ ਹੀ ਤੁਸੀਂ ਦਿਸਦੇ ਹੋ। ਹੁਣ ਬਾਹਰੀ ਤੌਰ ਤੇ ਇਹ ਥੋੜੀ ਵੀ ਉਹਨਾਂ ਸਾਰਿਆਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਦੇ ਚਿਹਰਿਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਿਹਰੇ ਲੱਗ ਗਏ ਸੀ। ਉਹ ਅੰਦਰੋਂ ਜੋਤ ਹੀ ਵੇਖ ਰਿਹਾ ਨਾ ਵੀ ਇਹਦੇ 'ਚ ਵੀ ਉਹੀ ਰੱਬੀ ਜੋਤ ਕੰਮ ਕਰ ਰਹੀ ਹੈ ਜੋ ਮੇਰੇ 'ਚ ਹੈ, ਜਿਹੜੀ ਆ ਮੇਰੇ ਭਰਾਵਾਂ ਦੇ, ਮੇਰੇ ਗੁਰ ਭਾਈਆਂ ਦੇ ਅੰਦਰ ਜੋਤ ਕੰਮ ਕਰ ਰਹੀ ਹੈ, ਉਹੀ ਜੋਤ ਇਹਨਾਂ ਦੇ ਅੰਦਰ ਕੰਮ ਕਰ ਰਹੀ ਹੈ। ਉਹਨਾਂ ਨੇ ਜਦੋਂ ਜੋਤ ਵੇਖੀ ਅਗਲੇ ਜਲ ਛਕਾਈ ਜਾਂਦੇ ਨੇ। ਪਰ ਪਹਿਲੋਂ ਆਪਣੇ ਅੰਦਰੋਂ ਵੇਖੀ ਨਾ। ਜਦੋਂ ਤੱਕ ਮੈਂ ਆਪਣੇ ਅੰਦਰੋਂ ਹੀ ਨਹੀਂ ਵੇਖਦਾ ਵੀ ਮੇਰੇ ਅੰਦਰ ਜੋਤ ਕੰਮ ਕਰ ਰਹੀ ਹੈ, ਤੇ ਉਹੀ ਜੋਤ ਦੂਜੇ ਦੇ ਅੰਦਰ ਕੰਮ ਕਰ ਰਹੀ ਹੈ, ਉਹੀ ਜੋਤ ਤੀਜੇ ਦੇ ਅੰਦਰ ਵੀ ਕੰਮ ਕਰ ਰਹੀ ਹੈ। ਹੁਣ ਜਦੋਂ ਤੱਕ ਮੈਂ ਆਪਣੇ ਅੰਦਰਲੀ ਨਹੀਂ ਵੇਖੀ, ਉਹਨਾਂ ਚਿਰ ਮੈਂ ਦੂਜੇ ਚੋਂ ਕਿਵੇਂ ਕਹਿ ਦਾਂਗਾ ਵੀ ਅਸੀਂ ਸੇਮ ਆ। ਜਿੰਨਾ ਚਿਰ ਮੈਨੂੰ ਇਹ ਹੀ ਨਹੀਂ ਪਤਾ ਲੱਗਾ ਵੀ ਸਾਨੂੰ ਇੱਕੋ ਰੱਬ ਨੇ ਪੈਦਾ ਕੀਤਾ, ਇੱਕੋ ਰੱਬ ਨੇ ਬਣਾਇਆ, ਉਸੇ ਰੱਬ ਦੀ ਅਸੀਂ ਅੰਸ਼ ਆ, ਉਸੇ ਰੱਬ ਦੀ ਜੋਤ ਹੈ, ਤੇ ਮੈਂ ਕਿਸ ਪ੍ਰਕਾਰ ਆਪਣੀ ਰਸਨਾ ਤੋਂ ਜਾਂ ਆਪਣੇ ਹਿਰਦੇ ਕਰਕੇ ਕਹਿ ਦਾਂਗਾ ਏਕ ਪਿਤਾ ਏਕ ਸਕੇ ਹਮ ਬਾਰਕ। ਕਿਉਂਕਿ ਮੈਨੂੰ ਤੇ ਦੂਜੇ ਚੋਂ ਦੁਸ਼ਮਣ ਵੀ ਦਿਸਦਾ ਹੈ, ਮੈਨੂੰ ਤੀਜੇ ਚੋਂ ਵੈਰੀ ਵੀ ਦਿਸਦਾ ਹੈ, ਮੈਨੂੰ ਚੌਥੇ ਬੰਦੇ ਚੋਂ ਮਿੱਤਰ ਵੀ ਦਿਸਦਾ ਹੈ, ਪੰਜਵੇਂ ਚੋਂ ਮੈਨੂੰ ਫੇਰ ਦੁਸ਼ਮਣ ਦਿਸਣ ਲੱਗ ਜਾਂਦਾ ਹੈ। ਮੈਂ ਕਿਸ ਪ੍ਰਕਾਰ ਮੰਨ ਲਾਂਗਾ ਵੀ ਉਹ ਅਕਾਲ ਪੁਰਖ ਮੇਰੇ ਅੰਦਰ ਹੈ ਤੇ ਇਹਨਾਂ ਸਭਨਾਂ ਦੇ ਅੰਦਰ ਹੈ, ਕਿਉਂਕਿ ਅਜੇ ਤੱਕ ਮੈਂ ਆਪਣਾ ਅੰਦਰ ਤੇ ਖੋਜਿਆ ਹੀ ਨਹੀਂ। ਤੇ ਭਗਤ ਜੀ ਕਹਿੰਦੇ ਇਸ ਲਈ ਸੱਜਣਾ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ। ਤੂੰ ਜਿਹਨੂੰ ਆਪਣੇ ਜੀਵਨ ਦੇ ਅੰਦਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਜਿਹਨੂੰ ਹਾਸਲ ਕਰਨਾ ਚਾਹੁੰਦਾ ਹੈ, ਜਿਸ ਲਈ ਤੂੰ ਬਾਂਗਾਂ ਦੇਣ ਲੱਗਾ ਹੈ, ਜਿਹਨੂੰ ਉੱਚੀ ਚੜ ਕੇ ਆਵਾਜ਼ਾਂ ਮਾਰ ਕੇ ਤੂੰ ਹਾਸਲ ਕਰਨਾ ਚਾਹੁੰਦਾ ਹੈ, ਉਹਨੂੰ ਆਪਣੇ ਅੰਦਰੋਂ ਜੋਏ ਦਾ ਮਤਲਬ ਵੇਖਣਾ, ਉਹਨੂੰ ਆਪਣੇ ਅੰਦਰੋਂ ਢੂੰਡ, ਆਪਣੇ ਅੰਦਰੋਂ ਵੇਖ, ਕਿਉਂਕਿ ਸਭ ਤੋਂ ਚੰਗਾ ਅਸਥਾਨ ਰੱਬ ਦਾ ਤੇਰਾ ਹਿਰਦਾ ਹੀ ਹੈ, ਤੇ ਉਹਨੂੰ ਆਪਣੇ ਹਿਰਦੇ ਚੋਂ ਵੇਖ ਲਾ। ਇਦੋਂ ਚੰਗਾ ਸਥਾਨ ਨਹੀਂ ਉਹ ਕਿਤੇ ਮਿਲਣਾ। ਤੇ ਆਪਣੇ ਅੰਦਰੋਂ ਹੀ ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਸੇਖ ਸਬੂਰੀ ਬਹਾਰਾ, ਕਿਆ ਹਜ ਕਾਬੇ ਜਾਏ। ਫਿਰ ਭਗਤ ਜੀ ਨੇ ਜ਼ਿਕਰ ਕੀਤਾ ਅਗਲੇ ਸ਼ਲੋਕ ਵਿੱਚ, ਕਹਿੰਦੇ ਸ਼ੇਖ ਸਬੂਰੀ ਬਾਹਰਾ। ਸਬੂਰੀ ਤੋਂ ਮਤਲਬ ਇੱਥੇ ਸਬਰ। ਸ਼ੇਖ ਮਤਲਬ ਜਿਹੜਾ ਕੋਈ ਵੀ ਆਵਾਜ਼ ਮਾਰ ਕੇ ਸੰਬੋਧਨ ਕਰ ਲੋ ਕਿਸੇ ਵੀ ਇਨਸਾਨ ਨੂੰ। ਬਸ ਉਹਨਾਂ ਨੇ ਭਗਤ ਕਬੀਰ ਸਾਹਿਬ ਨੇ ਨਾ ਉਹ ਜਿਹੜੇ ਅੱਜ ਤਿੰਨੋਂ ਸ਼ਲੋਕ ਆਪਾਂ ਨੂੰ ਦਿੱਤੇ, ਇਹਦੇ ਚ ਉਹਨਾਂ ਨੇ ਲਫ਼ਜ਼ ਇਸਲਾਮ ਧਰਮ ਵਾਲੇ, ਫਾਰਸੀ ਭਾਸ਼ਾ ਵਾਲੇ ਹੀ ਵਰਤੇ ਨੇ ਉਹਨਾਂ ਨੇ, ਪਰ ਸੰਬੋਧਨ ਸਾਰਿਆਂ ਨੂੰ ਹੀ ਹੈ। ਹੁਣ ਇੱਕ ਉਹ ਕਿਉਂਕਿ ਪਹਿਲਾਂ ਉਹਨਾਂ ਨੇ ਮੁੱਲਾਂ ਦੀ ਗੱਲ ਕੀਤੀ, ਮੁਨਾਰੇ ਤੇ ਚੜ੍ਹਨ ਦੀ ਗੱਲ ਕੀਤੀ, ਤੇ ਆਪਾਂ ਕਹਿ ਸਕਦੇ ਸਾਂ ਵੀ ਤੂੰ ਚੱਲਿਆ ਮਸੀਤ ਦੇ ਵਿੱਚ, ਪਰ ਮਸੀਤ ਚੜ੍ਹ ਕੇ ਆਵਾਜ਼ ਮਾਰਨ ਲੱਗਾ, ਜਿਸ ਅੱਲਾ ਨੂੰ ਆਵਾਜ਼ ਮਾਰਨ ਲੱਗਾ ਬੈਠਾ ਤੇ ਤੇਰੇ ਅੰਦਰ ਹੈ। ਜੇ ਤੂੰ ਗੁਰੂ ਘਰ 'ਚ ਚੱਲਿਆ, ਜਿਸ ਅਕਾਲ ਪੁਰਖ ਨੂੰ ਤੂੰ ਆਵਾਜ਼ ਮਾਰਨ ਲੱਗਿਆ ਸੱਜਣਾ ਅੰਦਰ ਬੈਠਾ ਹੈ, ਉਹਨੂੰ ਆਵਾਜ਼ ਮਾਰ। ਹੁਣ ਇਸੇ ਤਰ੍ਹਾਂ ਉਹ ਬੰਦਿਆ ਸ਼ੇਖ ਸਬੂਰੀ ਬਾਹਰਾ, ਕਿਆ ਹੱਜ ਕਾਬੇ ਜਾਏ। ਤੂੰ ਹੱਜ ਚੱਲਿਆ, ਹੱਜ ਕਰਨ ਵਾਸਤੇ ਕਾਬੇ ਚੱਲਿਆ, ਕਾਬੇ 'ਚ ਜਾ ਕੇ ਤੂੰ ਹੱਜ ਕਰਨਾ ਚਾਹੁੰਦਾ। ਉਹ ਬੰਦਿਆ ਤੂੰ ਸਬੂਰੀ ਤੋਂ ਬਿਨਾਂ, ਸਬੂਰੀ ਤੋਂ ਭਾਵ ਸਬਰ ਤੋਂ ਬਿਨਾਂ ਚੱਲਿਆ ਕਿੱਥੇ ਹੈ? ਹੱਜ ਕਰਨ ਕਿੱਥੇ? ਕਾਬੇ ਵਿੱਚ। ਇਦਾਂ ਹੀ ਕਹਿ ਲੋ, ਉਹ ਬੰਦਿਆ ਤੂੰ ਚੱਲਿਆ ਕਿੱਥੇ? ਧਰਮ ਅਸਥਾਨ ਤੇ। ਕਾਦੇ ਵਾਸਤੇ? ਆਪਣੇ ਧਰਮ ਦੇ ਇਸ਼ਟ ਨੂੰ ਮਨਾਉਣ ਲਈ, ਉਹਨੂੰ ਆਵਾਜ਼ਾਂ ਮਾਰਨ ਲਈ, ਆਪਣੇ ਧਰਮ ਦੇ ਮੁਤਾਬਕ ਆਪਣਾ ਨੇਮ ਕਰਨ ਦੇ ਲਈ ਤੂੰ ਧਰਮ ਅਸਥਾਨ ਤੇ ਚੱਲਿਆ। ਮੁਬਾਰਕਬਾਦ ਹੈ, ਪਰ ਸਬਰ ਤੇ ਹੈ ਕੋਈ ਨਹੀਂ ਤੇਰੇ ਕੋਲ। ਕੱਲੇ ਇਸਲਾਮ ਦੀ ਗੱਲ ਨਹੀਂ ਹੈ, ਸਾਰਿਆਂ ਨੂੰ ਪੈਰਲਰ ਲੈ ਕੇ ਚੱਲਾਂਗੇ ਕਿਸੇ ਦਾ, ਕਿਉਂਕਿ ਇੱਥੇ ਕਿਸੇ ਦਾ ਕੋਈ ਵਿਰੋਧ ਨਹੀਂ ਹੈ, ਸਾਰਿਆਂ ਲਈ ਸਮਤ ਹੈ, ਸਾਰਿਆਂ ਲਈ ਬਰਾਬਰਤ ਹੈ। ਤੇ ਭਗਤ ਜੀ ਕਹਿੰਦੇ ਉਹ ਮਨੁੱਖਾ, ਉਹ ਬੰਦਿਆ ਤੂੰ ਚੱਲਿਆ ਧਰਮ ਅਸਥਾਨ ਤੇ, ਕਿ ਆਪਣੇ ਧਰਮ ਅਸਥਾਨ ਤੇ ਜਾ ਕੇ ਧਰਮ ਮੁਤਾਬਕ ਨੇਮ ਕਰਨ ਚੱਲਿਆ। ਹੁਣ ਨੇਮ ਕਰਨ ਚੱਲਿਆ ਪਰ ਸਬਰ ਤੇਰੇ ਕੋਲ ਹੈ ਕੋਈ ਨਹੀਂ, ਸੰਤੋਖ ਤੇਰੇ ਕੋਲ ਹੈ ਕੋਈ ਨਹੀਂ, ਉੱਥੇ ਜਾ ਕੇ ਕੀ ਕਰੇਗਾ?
ਤੂੰ ਤੇ ਉੱਥੇ ਜਾ ਕੇ ਵੀ ਹਫੜਾ ਦਫੜੀ ਪਾ ਦੇਣੀ ਹੈ। ਧਰਮ ਅਸਥਾਨ ਤੇ ਜਾ ਕੇ ਵੀ ਤੇਰੇ ਅੰਦਰ ਵਿਚਾਰਾਂ ਦੀ ਕਸ਼ਮਕਸ਼ ਤੇ ਚੱਲੀ ਜਾਣੀ ਹੈ। ਧਰਮ ਅਸਥਾਨ ਤੇ ਜਾ ਕੇ ਵੀ ਤੂੰ ਸਬਰ ਵਾਲੀ ਤੇ ਗੱਲ ਹੀ ਕੋਈ ਨਹੀਂ ਕਰਨੀ, ਉੱਥੇ ਜਾ ਕੇ ਵੀ ਭੁੱਖਿਆਂ ਵਾਲੀ ਗੱਲ ਹੀ ਕਰੇਗਾ ਨਾ, ਕਿਉਂਕਿ ਸਬਰ ਹੀ ਹੈ ਨਹੀਂ ਕੋਲੇ। ਤੇ ਜਿਸ ਬੰਦੇ ਕੋਲ ਸਬਰ ਨਹੀਂ, ਉਹ ਸਬਰ ਦੀ ਗੱਲ ਕਿੱਦਾਂ ਕਰ ਲਏਗਾ? ਜਿਸ ਬੰਦੇ ਕੋਲ ਸਬਰ ਨਹੀਂ, ਉਹ ਦੂਜਿਆਂ ਨੂੰ ਕਿੱਦਾਂ ਕਹਿ ਦੇਗਾ ਸੱਜਣਾ ਤੂੰ ਸਬਰ ਕਰ? ਚਲੋ ਉਹ ਕਹਿ ਵੀ ਦੇਗਾ ਕਿਸੇ ਦੂਜੇ ਨੂੰ ਸਬਰ ਕਰ, ਪਰ ਜਦੋਂ ਉਹਨੇ ਆਪ ਬੇਸਬਰੇ ਹੋ ਕੇ ਚੀਜ਼ ਵੱਲ ਨੂੰ ਦੌੜਨਾ, ਤੇ ਮਨੁੱਖਾਂ ਨੇ ਕਹਿ ਹੀ ਦੇਣਾ ਸਾਨੂੰ ਕਹਿੰਦਾ ਸਬਰ ਕਰੋ, ਆਪ ਬੇਸਬਰਾ ਹੋਇਆ ਪਿਆ। ਆਪਦੇ ਕੋਲੋਂ ਤੇ 5 ਮਿੰਟ ਵੀ ਇੰਤਜ਼ਾਰ ਨਹੀਂ ਹੋਇਆ। ਜਿਵੇਂ ਇੱਕ ਸੌਖਾ ਜਿਹਾ ਪੱਖ ਰੱਖਦੇ ਆ ਵੀ ਉਹ ਗੁਰੂ ਘਰ ਦੇ ਵਿੱਚ ਲੰਗਰ ਛਕਣ ਦੇ ਲਈ ਚਲਿਆ ਗਿਆ ਇਨਸਾਨ, ਕਹਿੰਦਾ ਜੀ ਮੈਂ ਧਰਮ ਸਥਾਨ ਤੇ ਆਇਆ, ਲੰਗਰ ਛਕਣ ਚੱਲਿਆ। ਹੁਣ ਲੰਗਰ ਦੇ ਵਿੱਚ ਕੀ ਸੀ? ਜ਼ਰੂਰਤ ਮੁਤਾਬਕ ਹਰ ਬੰਦਾ ਚਾਹੁੰਦਾ ਵੀ ਮੈਂ ਪਹਿਲੋਂ ਛਕ ਲਾਂ ਜਾਂ ਮੇਰੀ ਜ਼ਰੂਰਤ ਪਹਿਲੋਂ ਪੂਰੀ ਹੋ ਜੇ। ਉਹਨਾਂ ਨੂੰ ਕਹਿੰਦਾ ਤੁਹਾਨੂੰ ਸਬਰ ਨਹੀਂ, ਤੁਸੀਂ ਹੌਲੀ ਚੱਲੋ, ਇੱਥੇ ਕਿਹੜਾ ਅਫੜਾ ਦਫੜੀ ਪਈ ਹੈ, ਕੋਈ ਨਹੀਂ ਪ੍ਰਸ਼ਾਦਾ ਸਾਰਿਆਂ ਨੂੰ ਮਿਲਣਾ, ਆਪ ਸਾਰਿਆਂ ਨੂੰ ਅੱਗੇ ਜਾ ਕੇ ਲਾਈਨ 'ਚ ਲੱਗ ਜੇ। ਤੇ ਅਗਲੇ ਕਹਿਣਗੇ ਹੀ ਨਾ ਵੀ ਸਾਨੂੰ ਕਹਿੰਦਾ ਸਬਰ ਕਰੋ ਤੇ ਸਾਨੂੰ ਕਹਿੰਦਾ ਪਿੱਛੇ ਹੋ ਕੇ ਖੜ ਜਾਓ, ਆਪ ਤੇਰੇ ਕੋਲੋਂ 5 ਮਿੰਟ ਨਹੀਂ ਸਬਰ ਹੋਇਆ, ਸਾਡੇ ਤੋਂ ਵੀ ਗਾਂਹ ਜਾ ਕੇ ਖੜ ਗਏ ਆ। ਤੇ ਸਤਿਗੁਰੂ ਕਹਿੰਦੇ ਸ਼ੇਖ ਸਬੂਰੀ ਬਾਹਰ ਕਿਆ ਹੱਜ ਕਾਬੇ ਜਾਈ। ਦੱਸ ਕੀ ਕਰੇਗਾ ਜਾ ਕੇ ਧਰਮ ਅਸਥਾਨ ਦੇ ਉੱਤੇ? ਕਿਉਂਕਿ ਧਰਮ ਅਸਥਾਨ ਤੇ ਪਹਿਲੇ ਦਿਨ ਨਹੀਂ ਚੱਲਿਆ ਆ ਸ਼ੇਖ ਜਿਹਨੂੰ ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਜਾਂ ਜਿਸ ਵੀ ਬੰਦੇ ਨੂੰ ਸੰਬੋਧਨ ਕਰਾਂਗੇ ਉਹ ਧਰਮ ਅਸਥਾਨ ਤੇ ਪਹਿਲੇ ਦਿਨ ਨਹੀਂ ਚੱਲਿਆ। ਧਰਮ ਅਸਥਾਨ ਤੇ ਜਾਂਦਿਆਂ ਉਹਨੂੰ ਬੜਾ ਚਿਰ ਹੋ ਚੁੱਕਿਆ, ਬੜਾ ਅਰਸਾ ਗੁਜ਼ਰ ਚੁੱਕਿਆ। ਤੇ ਹੁਣ ਜਿਹਨੂੰ ਬੜਾ ਅਰਸਾ ਗੁਜ਼ਰ ਚੁੱਕਿਆ, ਬੜਾ ਚਿਰ ਹੋ ਚੁੱਕਿਆ, ਜਿਹਨੂੰ ਅਜੇ ਤੱਕ ਧਰਮ ਸਥਾਨ ਤੇ ਜਾਂਦੇ ਨੂੰ ਸਬਰ ਮਿਲਿਆ ਹੀ ਨਹੀਂ, ਤੇ ਉਹ ਧਰਮ ਸਥਾਨ ਤੇ ਜਾ ਕੇ ਕਰ ਕੀ ਰਿਹਾ? ਇੱਕ ਸਵਾਲ ਤੁਹਾਡੇ ਅੱਗੇ ਰੱਖਦਾ, ਅਸੀਂ ਧਰਮ ਸਥਾਨ ਤੇ ਕਿਉਂ ਆਉਨੇ ਆ? ਤੇ ਜਵਾਬ ਸ਼ਾਇਦ ਸਾਡਾ ਸਾਰਿਆਂ ਦਾ ਇਹੀ ਹੋਵੇ, ਜੀ ਅਸੀਂ ਚੰਗੇ ਗੁਣ ਸਿੱਖਣ ਆਉਨੇ ਆ। ਇਹੀ ਜਵਾਬ ਹੈ ਜੀ, ਅਸੀਂ ਧਰਮ ਅਸਥਾਨ ਤੇ ਆਉਨੇ ਆ ਚੰਗੇ ਗੁਣ ਸਿੱਖਣ ਲਈ ਆਉਨੇ ਆ। ਤੇ ਜੇ ਧਰਮ ਅਸਥਾਨ ਤੇ ਅਸੀਂ ਚੰਗੇ ਗੁਣ ਸਿੱਖਣ ਆਉਨੇ ਆ, ਧਰਮ ਅਸਥਾਨ ਤੇ ਆਉਣ ਦੇ ਬਾਵਜੂਦ ਵੀ ਸਾਨੂੰ ਚੰਗੇ ਗੁਣ ਨਾ ਆਉਣ, ਤੇ ਅਸੀਂ ਕੀ ਸਿੱਖਿਆ ਧਰਮ ਅਸਥਾਨ ਤੇ ਆ ਕੇ? ਧਰਮ ਸਥਾਨ ਤੇ ਆਉਣਾ ਗਲਤ ਨਹੀਂ ਹੈ, ਆਉਣਾ ਚਾਹੀਦਾ ਹੈ, ਪਰ ਅਸੀਂ ਫਾਰਮੈਲਿਟੀ ਕਰਕੇ ਤੇ ਕੀ ਸਾਬਤ ਕਰਨਾ ਚਾਹੁੰਦੇ ਹਾਂ? ਵੀ ਰੱਬਾ ਤੈਨੂੰ ਸਾਡੀ ਲੋੜ ਹੈ, ਅਸੀਂ ਤੇਰੀ ਲੋੜ ਪੂਰੀਆਂ ਕਰਨ ਲਈ ਤੇਰੇ ਦਰ ਤੇ ਆ ਰਹੇ ਹਾਂ। ਨਹੀਂ, ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਤੇਰੇ ਕੋਲ ਆ ਰਹੇ ਹਾਂ। ਕਿਉਂਕਿ ਜਦੋਂ ਕੋਈ ਚੀਜ਼ ਨਾ ਮਿਲੀ, ਮੈਂ ਤੇ ਆ ਕੇ ਤੇਰੇ ਦਰ ਤੇ ਖੜੋ ਜਾਣਾ ਵੀ ਲੈ ਰੱਬਾ ਕਰ ਲੋੜ ਪੂਰੀ। ਹੁਣ ਹੱਥ ਜੋੜੇ ਤੇਰੇ ਅੱਗੇ ਰੋਜ਼ ਆਉਣਾ ਧਰਮ ਸਥਾਨ ਤੇ, ਅੱਜ ਲੋੜ ਪੂਰੀ ਕਰ। ਇਹ ਨਹੀਂ ਹੈ ਵੀ ਰੱਬ ਨੂੰ ਸਾਡੀ ਲੋੜ ਹੈ, ਪਰ ਜੇ ਧਰਮ ਅਸਥਾਨ ਤੇ ਆਉਂਦਿਆਂ ਅਸੀਂ ਚੰਗੇ ਗੁਣ ਸਿੱਖ ਲੈਂਦੇ, ਤੇ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਰੱਬ ਨੂੰ ਸਾਨੂੰ ਨਹੀਂ ਸੀ ਕਹਿਣਾ ਪੈਣਾ ਰੱਬਾ ਆਹ ਚੀਜ਼ ਚਾਹੀਦੀ ਹੈ, ਰੱਬ ਆਪ ਆ ਕੇ ਦਿੰਦਾ ਵੀ ਲੈ ਤੈਨੂੰ ਆਹ ਚੀਜ਼ ਚਾਹੀਦੀ ਹੈ। ਆਹ ਫਰਕ ਹੈ ਰੋਜ਼ ਧਰਮ ਅਸਥਾਨ ਤੇ ਆਉਣ ਵਾਲੇ ਤੇ ਧਰਮ ਅਸਥਾਨ ਤੇ ਆ ਕੇ ਗੁਣ ਸਿੱਖਣ ਵਾਲੀ ਦੀ ਜ਼ਿੰਦਗੀ 'ਚ। ਇੱਕ ਦੋਵੇਂ ਜਣੇ ਆ ਰੋਜ਼ ਰਹੇ ਨੇ, ਪਰ ਇੱਕੋ ਵੇ ਜਿਹਨੇ ਗੁਣ ਸਿੱਖੇ ਧਰਮ ਅਸਥਾਨ ਤੇ ਆ ਕੇ, ਉਹਨੇ ਆਪਣੇ ਜੀਵਨ ਨੂੰ ਬਦਲਿਆ। ਪਰ ਇੱਕੋ ਵੇ ਜਿਹੜਾ ਆ ਰਿਹਾ, ਆ ਕੇ ਨਮਸਕਾਰ ਕਰਕੇ ਜਾ ਰਿਹਾ, ਫਿਰ ਅਗਲੇ ਦਿਨ ਆਉਂਦਾ ਹੈ, ਨਮਸਕਾਰ ਕਰਦਾ, ਫਿਰ ਚਲੇ ਜਾਂਦਾ ਹੈ। ਚੰਗੇ ਗੁਣ ਉਹਨੇ ਸਿੱਖੇ ਨਹੀਂ। ਹੁਣ ਇਹਨਾਂ ਦੋਵਾਂ ਵਿੱਚ ਫਰਕ ਇਹ ਹੈ, ਜਿਹੜਾ ਰੋਜ਼ ਆ ਕੇ ਨਮਸਕਾਰ ਕਰਕੇ ਚਲਾ ਜਾਂਦਾ, ਜਦੋਂ ਕਿਸੇ ਚੀਜ਼ ਦੀ ਲੋੜ ਪਏਗੀ ਉਹਨੇ ਰੱਬ ਨੂੰ ਆ ਕੇ ਕਹਿਣਾ ਰੱਬਾ ਆਹ ਚੀਜ਼ ਦੇ, ਮੈਨੂੰ ਚਾਹੀਦੀ ਹੈ, ਮੈਂ ਰੋਜ਼ ਤੇਰੇ ਅਸਥਾਨ ਤੇ ਆਉਣਾ। ਤੇ ਇੱਕ ਜਿਹੜਾ ਚੰਗੇ ਗੁਣ ਸਿੱਖਣ ਵਾਲਾ, ਉਹਨੇ ਆ ਕੇ ਇਹ ਨਹੀਂ ਕਹਿਣਾ ਰੱਬਾ ਆਹ ਚੀਜ਼ ਦੇ। ਰੱਬ ਨੂੰ ਪਤਾ ਵੀ ਅੱਜ ਮੇਰੇ ਪੁੱਤਰ ਨੂੰ ਆਹ ਕੁਛ ਚਾਹੀਦਾ ਹੈ ਤੇ ਮੈਂ ਦੇਣਾ ਹੈ, ਉਹ ਆਪ ਦਿੰਦਾ ਹੈ।
ਐਵੇਂ ਨਹੀਂ ਸਤਿਗੁਰੂ ਜੀ ਨੇ ਬਾਣੀ ਚ ਆਖ ਦਿੱਤਾ ਸੀ, ਭਗਤਾਂ ਦੀ ਸਦਾ ਤੂੰ ਰੱਖਦਾ, ਧੁਰ ਤੋਂ ਰੱਖਦਾ ਆ। ਜਾਂ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਉਹ ਸੰਭਾਲਦਾ ਹੈ। ਪਰ ਜੇ ਅਸੀਂ ਇਹ ਮੰਨ ਲਾਂਗੇ ਵੀ ਰੱਬ ਦੀ ਲੋੜ ਸਾਨੂੰ ਹੈ, ਸਾਡੀ ਲੋੜ ਰੱਬ ਨੂੰ ਨਹੀਂ ਹੈ, ਤੇ ਸਾਡਾ ਭਲਾ ਇਸੇ 'ਚ ਹੀ ਹੈ ਕਿ ਅਸੀਂ ਰੱਬ ਦੇ ਕੋਲੋਂ ਰੱਬੀ ਗੁਣ ਸਿੱਖਣ ਦੀ ਕੋਸ਼ਿਸ਼ ਕਰੀਏ, ਯਤਨ ਕਰੀਏ, ਤੇ ਫਿਰ ਸਾਡਾ ਜਿਹੜਾ ਉਹ ਜੀਵਨ ਜਿਉਣ ਦਾ ਤਰੀਕਾ ਵੀ ਬਦਲ ਜਾਏਗਾ। ਜਦੋਂ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਗਿਆ, ਢੰਗ ਬਦਲ ਗਿਆ, ਤੇ ਸੁਭਾਵਿਕ ਜਿਹੀ ਗੱਲ ਹੈ ਰੱਬੀ ਗੁਣ ਸਾਡੇ ਜੀਵਨ ਵਿੱਚੋਂ ਨਜ਼ਰ ਆਉਣਗੇ, ਤੇ ਫਿਰ ਅਸੀਂ ਕਹਿ ਸਕਦੇ ਹਾਂ ਵੀ ਸਾਡਾ ਧਰਮ ਅਸਥਾਨ ਤੇ ਗਿਆ ਹੋਇਆ ਵੀ ਸਫਲ ਹੈ। ਇੱਕ ਇੱਕ ਕਦਮ ਜਿਹਨੂੰ ਕਹਿੰਦੇ ਨਾ ਵੀ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ, ਸਫਲ ਕਰਨਾ, ਆਪਾਂ ਰੋਜ਼ ਗੁਰੂ ਅੱਗੇ ਅਰਦਾਸ ਕਰਦੇ ਹਾਂ, ਕਹਿੰਦੇ ਆ, ਤੇ ਉਦਣ ਸਾਡਾ ਇੱਕ ਇੱਕ ਚੱਲਿਆ ਕਦਮ ਸਫਲ ਹੋਏਗਾ ਜਿੱਦਣ ਅਸੀਂ ਰੱਬੀ ਗੁਣਾਂ ਨਾਲ ਭਰਪੂਰ ਜ਼ਿੰਦਗੀ ਬਣਾ ਲਾਂਗੇ। ਫਿਰ ਸਤਿਗੁਰੂ ਬਾਣੀ 'ਚ ਇਹ ਵੀ ਕਹਿੰਦੇ ਨਾ, ਉਹਨਾਂ ਦਾ ਹੱਸਣਾ ਵੀ ਉਹਨਾਂ ਦੀ ਭਗਤੀ ਬਣ ਜਾਂਦਾ, ਉਹਨਾਂ ਦਾ ਬੋਲਣਾ ਵੀ ਉਹਨਾਂ ਦੀ ਭਗਤੀ ਬਣ ਜਾਂਦਾ ਹੈ, ਉਹਨਾਂ ਦਾ ਖਾਣਾ ਵੀ ਉਹਨਾਂ ਦੀ ਭਗਤੀ ਬਣ ਜਾਂਦਾ ਹੈ, ਉਹਨਾਂ ਦਾ ਪੀਣਾ ਵੀ ਉਹਨਾਂ ਦੀ ਭਗਤੀ ਬਣ ਜਾਂਦਾ ਹੈ, ਉਹਨਾਂ ਦਾ ਪਹਿਨਣਾ ਵੀ ਉਹਨਾਂ ਦੀ ਭਗਤੀ ਬਣ ਜਾਂਦਾ ਹੈ। ਕਿਉਂ? ਕਿਉਂਕਿ ਰੱਬੀ ਗੁਣ ਉਹਨਾਂ ਦੇ ਕੋਲ ਨੇ, ਰੱਬੀ ਯਾਦ ਉਹਨਾਂ ਦੇ ਕੋਲ ਹੈ। ਨਹੀਂ ਤੇ ਦੂਜੇ ਪਾਸੇ ਖਾਣਾ ਵੀ ਕਿਸੇ ਪ੍ਰਕਾਰ ਨਹੀਂ। ਸਤਿਗੁਰੂ ਨੇ ਇੱਥੇ ਵੀ ਕਹਿਤਾ ਸੀ ਵੀ ਤੂੰ ਕਿੱਡਾ ਮੂਰਖ ਹੈ ਤੇ ਕਿੱਡਾ ਜ਼ਿਆਦਾ ਗੰਦਲੇ ਜੀਵਨ ਦਾ ਮਾਲਕ ਹੈ, ਤੇਰੇ ਨਾਲੋਂ ਤੇ ਪਸ਼ੂ ਚੰਗਾ, ਜਿਹੜਾ ਖੜ ਖਾ ਕੇ ਵੀ ਅੰਮ੍ਰਿਤ ਵਰਗਾ ਤੈਨੂੰ ਦੁੱਧ ਦੇ ਰਿਹਾ, ਤੇ ਤੂੰ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਗੰਦਗੀ ਫੈਲਾਈ ਜਾਂਦਾ ਹੈ। ਬੜਾ ਹੈਰਾਨੀਜਨਕ ਪੱਖ ਨੇ ਜਿਹੜੇ ਗੁਰਬਾਣੀ ਨੇ ਸਾਡੇ ਸਨਮੁਖ ਰੱਖੇ। ਤੇ ਅੱਜ ਭਗਤ ਜੀ ਨੇ ਆਖਿਆ, ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੈ ਜਾਏ। ਤੇਰੇ ਕੋਲ ਸਬਰ ਦਾ ਹੋਣਾ ਲਾਜ਼ਮੀ ਹੈ ਜੇ ਰੋਜ਼ ਤੂੰ ਧਰਮ ਅਸਥਾਨ ਤੇ ਜਾ ਰਿਹਾ ਹੈ। ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਕੋ ਕਹਾ ਖੁਦਾਏ। ਹੁਣ ਜਿਹਦੇ ਕੋਲ ਦਿਲ ਦੀ ਸਾਬਤੀ ਹੋਈ ਨਹੀਂ, ਕਬੀਰ ਜਾ ਕੀ ਦਿਲ ਸਾਬਤ ਨਹੀਂ। ਦਿਲ ਸਾਬਤ ਤੋਂ ਭਾਵ ਦਿਲ ਦੀ ਸਾਬਤੀ, ਸਬੂਤਾ ਹੋਣਾ, ਸਾਬਤ ਹੋਣਾ, ਦ੍ਰਿੜਤਾ ਹੋਣਾ, ਪੂਰਾ ਹੋਣਾ, ਕੋਈ ਲਫ਼ਜ਼ ਵਰਤ ਲਓ। ਜੇ ਤੇਰੇ ਕੋਲ ਆਪਣੇ ਦਿਲ ਦੀ ਅਖੰਡਤਾ ਹੀ ਨਹੀਂ, ਦਿਲ ਦੀ ਦ੍ਰਿੜਤਾ ਹੀ ਨਹੀਂ, ਤਾਂ ਕੋ ਕਹਾਂ ਖੁਦਾਈ। ਹੁਣ ਕਹਿੰਦੇ ਜਿਹੜਾ ਬੰਦਾ ਧਰਮ ਅਸਥਾਨ ਤੇ ਚੱਲਿਆ ਉਹਦੇ ਕੋਲ ਸਬਰ ਨਹੀਂ, ਤੇ ਉਹ ਕੀ ਚੱਲਿਆ ਧਰਮ ਅਸਥਾਨ ਤੇ। ਦੂਜੀ ਗੱਲ, ਚਲੋ ਜਾ ਰਿਹਾ, ਉਹਦਾ ਧਰਮ ਅਸਥਾਨ ਤੇ ਜਾਣਾ ਮਾੜਾ ਨਹੀਂ ਹੈ, ਪਰ ਭਗਤ ਕਬੀਰ ਸਾਹਿਬ ਨੇ ਨਾਲ ਇਹ ਵੀ ਆਖਿਆ, ਕਹਿੰਦੇ ਦਿਲ ਤੇਰੇ ਨੂੰ ਤੇ ਅਜੇ ਤੱਕ ਨਹੀਂ ਰੱਬ ਤੇ ਦ੍ਰਿੜਤਾ ਬਣੀ, ਮਨ ਨੇ ਤੇ ਤੇਰੇ ਨੇ ਅਜੇ ਤੱਕ ਨਹੀਂ ਰੱਬ ਤੇ ਦ੍ਰਿੜਤਾ ਬਣਾਈ, ਹਿਰਦਾ ਤੇਰਾ ਤੇ ਅਜੇ ਨਹੀਂ ਮੰਨਿਆ ਵੀ ਰੱਬ ਹੈ। ਤੇ ਜੇ ਤੇਰਾ ਹਿਰਦਾ ਦ੍ਰਿੜ ਹੀ ਨਹੀਂ ਹੋ ਰਿਹਾ, ਤੇ ਦੱਸ ਤੇਰੇ ਲਈ ਰੱਬ ਕਿੱਥੇ ਹੈ? ਤਾਕੋ ਕਹਾਂ ਖੁਦਾਏ, ਉਹਦੇ ਲਈ ਰੱਬ ਕਿੱਥੇ ਹੈ ਜਿਹਦੇ ਕੋਲ ਦਿਲ ਦੀ ਸਾਬਤ ਹੀ ਨਹੀਂ ਹੈ, ਦਿਲ ਦੀ ਦ੍ਰਿੜਤਾ ਹੀ ਨਹੀਂ ਹੈ, ਦਿਲ ਦੀ ਵਿਸ਼ਵਾਸ ਹੀ ਜਿਹਦੇ ਕੋਲ ਨਹੀਂ ਹੈ। ਕਿਉਂਕਿ ਇੱਕ ਮੈਂ ਬੇਨਤੀ ਇੱਥੇ ਕਰਦਾ ਚੱਲਾਂ, ਰੱਬ ਜਿਹੜਾ ਹੈ ਨਾ, ਵਿਸ਼ਵਾਸ ਤੇ ਹੈ। ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਧਰਮ ਜਿਹੜਾ ਹੈ ਨਾ, ਉਹ ਵਿਸ਼ਵਾਸ ਤੇ ਖੜੋਤਾ ਹੈ। ਕੱਲਾ ਧਰਮ ਦੀ ਗੱਲ ਛੱਡੋ, ਸਾਰੀ ਦੁਨੀਆ ਹੀ ਵਿਸ਼ਵਾਸ ਤੇ ਖੜੋਤੀ ਹੈ। ਦੁਨੀਆ ਦੇ ਵਿੱਚ ਇੱਕ ਨਿੱਕੇ ਤੋਂ ਨਿੱਕੇ ਰਿਸ਼ਤੇ ਤੋਂ ਲੈ ਕੇ ਵੱਡੇ ਤੋਂ ਵੱਡਾ ਸਾਕ ਰਿਸ਼ਤਾ ਵਿਸ਼ਵਾਸ ਤੇ ਹੀ ਖੜੋਤਾ ਹੈ। ਨਾ ਹੋਵੇ ਹਾਂ ਵਿਸ਼ਵਾਸ, ਦੋ ਮਿੱਤਰਾਂ ਦੇ ਵਿੱਚ ਵਿਸ਼ਵਾਸ ਹੈ ਨਾ, ਜਿੰਨਾ ਚਿਰ ਮਰਜ਼ੀ ਮਿੱਤਰਤਾ ਨਿਭ ਜਾਏ, ਮਾੜਾ ਜਿਹਾ ਵਿਸ਼ਵਾਸ ਡੋਲਿਆ, ਮਿੱਤਰ ਵੀ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣ ਜਾਣਗੇ। ਅਸੀਂ ਸਭ ਤੋਂ ਨੇੜਲਾ ਰਿਸ਼ਤਾ ਜੋ ਮੰਨਿਆ ਜਾਂਦਾ, ਪਤੀ ਤੇ ਪਤਨੀ ਦਾ ਮੰਨਿਆ ਜਾਂਦਾ, ਕਿਹਦੇ ਤੇ ਖੜੋਤਾ ਹੈ? ਵਿਸ਼ਵਾਸ ਤੇ ਹੀ ਖੜੋਤਾ ਹੈ ਨਾ।
ਤੇ ਜੇ ਵਿਸ਼ਵਾਸ ਨਾ ਹੋਵੇ ਤੇ ਪਤੀ ਤੇ ਪਤਨੀ ਦਾ ਰਿਸ਼ਤਾ ਕੀ ਨਿਭ ਜਾਏਗਾ? ਪਤਨੀ ਨੂੰ ਪਤੀ ਤੇ ਵਿਸ਼ਵਾਸ ਨਾ ਹੋਵੇ ਤੇ ਪਤੀ ਨੂੰ ਪਤਨੀ ਤੇ ਵਿਸ਼ਵਾਸ ਨਾ ਹੋਵੇ, ਇਹ ਤੇ ਦੋਵੇਂ ਇੱਕ ਦੂਜੇ ਨੂੰ ਹਰ ਵਕਤ ਮਾਰਨ ਦੀ ਸੋਚਦੇ ਹੋਣਗੇ ਵੀ ਮਾਰ ਦਿਓ, ਕਿਉਂਕਿ ਵਿਸ਼ਵਾਸ ਹੀ ਨਹੀਂ ਹੈ। ਤੇ ਜਿੰਨਾ ਚਿਰ ਵਿਸ਼ਵਾਸ ਦੀ ਤੰਦ ਜੁੜੀ ਹੋਈ ਹੈ ਨਾ, ਕੋਈ ਚਿੰਤਾ ਨਹੀਂ, ਬੜਾ ਸੋਹਣਾ ਰਿਸ਼ਤਾ ਨਿਭੇਗਾ। ਤੇ ਜੇ ਸੰਸਾਰਕ ਰਿਸ਼ਤੇ ਵਿਸ਼ਵਾਸ ਦੇ ਉੱਤੇ ਨਿਭਦੇ ਨੇ ਤੇ ਅਸੀਂ ਰੱਬ ਵਾਲਾ ਰਿਸ਼ਤਾ ਫਿਰ ਵਿਸ਼ਵਾਸ ਤੋਂ ਬਿਨਾਂ ਕਿੱਦਾਂ ਨਿਭਾ ਲਾਂਗੇ? ਰੱਬ ਦੇ ਨਾਲ ਅਸੀਂ ਸਾਕ ਆਪਣਾ, ਸੰਬੰਧ ਆਪਣਾ ਵਿਸ਼ਵਾਸ ਤੋਂ ਬਿਨਾਂ ਕਿੱਦਾਂ ਨਿਭਾ ਲਾਂਗੇ ਜੇ ਸਾਡਾ ਰੱਬ ਤੇ ਵਿਸ਼ਵਾਸ ਹੀ ਨਾ ਹੋਵੇ? ਨਹੀਂ ਨਿਭਣਾ। ਜਿੰਨਾ ਮਰਜ਼ੀ ਅਸੀਂ ਯਤਨ ਕਰ ਲਈਏ। ਅੱਜ ਦਾ ਪਾਵਨ ਜਿਹੜਾ ਹੁਕਮ ਸਤਿਗੁਰੂ ਨੇ ਬਖਸ਼ਿਸ਼ ਕੀਤਾ, ਉਹਦੇ 'ਚ ਵੀ ਆਖਿਆ ਨਾ ਮਾਲਕ ਨੇ, ਭਗਤ ਨਾਮਦੇਵ ਜੀ ਨੇ, ਵੀ ਤਰਕ ਨਾ ਚਾ ਭ੍ਰਮੀਆਂ ਚਾ। ਵਿਸ਼ਵਾਸ ਰੱਖ, ਤਰਕ ਕਰਨ ਦਾ ਤੇ ਫਾਇਦਾ ਹੀ ਕੋਈ ਨਹੀਂ। ਜੇ ਅਸੀਂ ਤਰਕ ਵਾਲੀ ਸੋਚ ਲੈ ਕੇ ਆ ਜਾਾਂਗੇ ਨਾ, ਤੇ ਇੰਨਾ ਖਿਆਲ ਕਰਿਓ, ਤਰਕ ਦੇ ਆਧਾਰ ਉੱਤੇ ਸਾਡੇ ਵਿਸ਼ਵਾਸ ਨੇ ਟੁੱਟ ਜਾਣਾ ਹੈ। ਜਿੱਥੇ ਤਰਕ ਆ ਜਾਏਗਾ ਉੱਥੇ ਵਿਸ਼ਵਾਸ ਟੁੱਟ ਜਾਏਗਾ। ਤਰਕ ਵੀ ਉੱਥੇ ਹੀ ਚੰਗਾ ਲੱਗਦਾ, ਓਨਾ ਕੀ ਚੰਗਾ ਲੱਗਦਾ ਜਿੰਨਾ ਕਿ ਕਿਸੇ ਲਿਮਟ ਵਿੱਚ ਹੋਵੇ। ਹਰ ਚੀਜ਼ ਉੱਤੇ ਕੀਤਾ ਤਰਕ ਸਾਨੂੰ ਵਿਸ਼ਵਾਸ ਨੂੰ ਤੋੜ ਕੇ ਰੱਖ ਦੇਗਾ ਸਾਡੇ ਨੂੰ। ਜਿਸ ਜਗ੍ਹਾ ਉੱਤੇ, ਜਿਸ ਚੀਜ਼ ਉੱਤੇ, ਜਿਸ ਬਾਤ ਉੱਤੇ ਤਰਕ ਕਰਨਾ ਚੰਗਾ, ਉੱਥੇ ਤਰਕ ਕੀਤਾ ਵੀ ਚੰਗਾ ਹੈ, ਤਰਕ ਕਰਨਾ ਚੰਗਾ ਵੀ ਲੱਗਦਾ ਹੈ। ਪਰ ਜਦੋਂ ਅਸੀਂ ਹਰ ਗੱਲ ਤੇ ਹੀ ਤਰਕ ਕਰਨ ਲੱਗ ਜਾਾਂਗੇ, ਹਰ ਬਾਤ ਉੱਤੇ ਹੀ ਤਰਕ ਕਰਨ ਲੱਗ ਜਾਾਂਗੇ, ਸੁਭਾਵਿਕ ਜਿਹੀ ਗੱਲ ਹੈ ਵਿਸ਼ਵਾਸ ਟੁੱਟ ਜਾਏਗਾ। ਤੇ ਜਦੋਂ ਵਿਸ਼ਵਾਸ ਹੀ ਟੁੱਟ ਗਿਆ, ਰਿਸ਼ਤਾ ਕਿੱਦਾਂ ਸਾਬਤ ਰਹਿ ਜਾਏਗਾ? ਤੇ ਭਗਤ ਜੀ ਕਹਿੰਦੇ, ਸੱਜਣਾ ਤੂੰ ਕਹਿੰਦਾ ਮੈਂ ਰੱਬ ਕੋਲ ਰੋਜ਼ ਜਾਣਾ, ਰੱਬ ਨੂੰ ਰੋਜ਼ ਧਿਆਉਣਾ, ਰੱਬ ਨੂੰ ਰੋਜ਼ ਚੇਤੇ ਕਰਦਾ, ਤੇ ਇਸ ਗੱਲ ਦਾ ਜਵਾਬ ਤੂੰ ਦੇ, ਜਾ ਕੀ ਦਿਲ ਸਾਬਤ ਨਹੀਂ ਤਾਕੋ ਕਹਾਂ ਖੁਦਾਇਓ। ਕਿੱਦਾਂ ਰੱਬ ਮੰਨ ਲਏਗਾ? ਉਹਨੂੰ ਤੇ ਵਿਸ਼ਵਾਸ ਹੀ ਨਹੀਂ, ਅਜੇ ਤੱਕ ਦ੍ਰਿੜਤਾ ਹੀ ਨਹੀਂ ਆਈ ਉਹਨੂੰ ਤੇ ਅਜੇ ਤੱਕ ਇਸ ਗੱਲ ਤੇ ਕਹਿ ਲੋ ਵੀ ਭਰੋਸਾ ਹੀ ਨਹੀਂ ਹੈ ਵੀ ਰੱਬ ਹੈ। ਤੇ ਹੁਣ ਜਿਹਨੂੰ ਇਸ ਗੱਲ ਦਾ ਭਰੋਸਾ ਨਹੀਂ, ਉਹ ਰੱਬ ਨੂੰ ਕੀ ਆਵਾਜ਼ ਮਾਰੇਗਾ? ਨਾਸਤਕ ਬੰਦਾ ਕਦੇ ਰੱਬ ਨੂੰ ਧਿਆਉਂਦਾ ਵੇਖਿਆ? ਕਿਉਂਕਿ ਉਹ ਕਹਿੰਦਾ ਵੀ ਰੱਬ ਹੈ ਨਹੀਂ। ਤੇ ਹੁਣ ਜਿਹਦੇ ਲਈ ਰੱਬ ਹੈ ਹੀ ਨਹੀਂ, ਉਹਦੇ ਕੋਲ ਵਿਸ਼ਵਾਸ ਕਿੱਥੋਂ ਆਏਗਾ? ਤੇ ਜਿੰਨੇ ਧਾਰਮਿਕ ਬੰਦੇ ਨੇ ਜਾਂ ਆਸਤਕ ਬੰਦੇ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ, ਹੁਣ ਉਹ ਕਿੱਥੇ ਖੜੇ? ਵਿਸ਼ਵਾਸ ਤੇ ਖੜੇ ਵੀ ਨਹੀਂ, ਮੈਨੂੰ ਭਰੋਸਾ ਹੈ ਭਾਈ, ਮੈਨੂੰ ਵਿਸ਼ਵਾਸ ਹੈ, ਮੈਨੂੰ ਦ੍ਰਿੜਤਾ ਹੈ, ਮੈਨੂੰ ਗੁਰੂ ਤੇ ਵੀ ਭਰੋਸਾ ਹੈ, ਮੈਨੂੰ ਰੱਬ ਤੇ ਵੀ ਭਰੋਸਾ ਹੈ, ਵਿਸ਼ਵਾਸ ਹੈ, ਮੈਨੂੰ ਖੜਨਾ ਵਿਸ਼ਵਾਸ ਤੇ ਹੀ ਹੈ। ਤੇ ਸਤਿਗੁਰੂ ਕਹਿੰਦੇ ਜੇ ਦ੍ਰਿੜਤਾ ਨਹੀਂ ਨਾ, ਤੇ ਫਿਰ ਉਹਦੇ ਲਈ ਰੱਬ ਵੀ ਕਿਤੇ ਨਹੀਂ ਹੈ, ਜਿਹਨੂੰ ਅਜੇ ਤੱਕ ਵਿਸ਼ਵਾਸ ਹੀ ਨਹੀਂ ਆਇਆ। ਕਬੀਰ ਅੱਲਾਹ ਕੀ ਕਰ ਬੰਦਗੀ, ਜਿਹੇ ਸਿਮਰਤ ਦੁਖ ਜਾਏ। ਕਹਿੰਦੇ ਭਾਈ ਅੱਲਾ ਦੀ ਬੰਦਗੀ ਕਰਿਆ ਕਰ, ਰੱਬ ਦੀ ਬੰਦਗੀ ਕਰਿਆ ਕਰ, ਰੱਬ ਦਾ ਸਿਮਰਨ ਕਰਿਆ ਕਰ, ਰੱਬ ਦੀ ਯਾਦ ਵਿੱਚ ਜੁੜਿਆ ਕਰ, ਰੱਬ ਨੂੰ ਚੇਤੇ ਕਰਿਆ ਕਰ। ਕਿਉਂਕਿ ਉਹਨੂੰ ਸਿਮਰਨ ਦੇ ਨਾਲ ਦੁੱਖ ਜਾਏ, ਜਿਹੇ ਸਿਮਰਤ ਜਿਹਨੂੰ ਧਿਆਉਣ ਦੇ ਨਾਲ ਦੁੱਖ ਜਾਏ, ਦੁੱਖ ਚਲੇ ਜਾਂਦੇ ਨੇ। ਇਸ ਲਈ ਤੂੰ ਬੰਦਗੀ ਕਰਿਆ ਕਰ, ਜਿਹਨੂੰ ਸਤਿਗੁਰੂ ਕਹਿੰਦੇ ਬੰਦਗੀ ਇਖਤਿਆਰ। ਤੂੰ ਬੰਦਗੀ ਕਰ, ਬੰਦਗੀ ਵਿੱਚ ਜੁੜ। ਭਗਤ ਕਬੀਰ ਸਾਹਿਬ ਜੀ ਦਾ ਹੀ ਪਾਵਨ ਬਚਨ ਹੈ, ਜਿੱਥੇ ਉਹ ਕਹਿੰਦੇ ਵੀ ਭਾਈ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਣਹਾਰ। ਜਿਹੜਾ ਰੱਬ ਦਾ ਸਿਮਰਨ ਕਰਦਾ, ਰੱਬ ਦੀ ਬੰਦਗੀ ਕਰਦਾ, ਸੋ ਸੁਖੀਆ ਸੰਸਾਰ, ਉਹ ਬੜਾ ਸੁਖੀ ਹੈ। ਕਿਉਂਕਿ ਰੱਬੀ ਬੰਦਗੀ ਕਰਨ ਵਾਲਾ ਇਨਸਾਨ, ਉਹਦੇ ਸੁਖੀ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਉਹ ਰੱਬ ਦੀ ਰਜ਼ਾ 'ਚ ਰਾਜੀ ਹੈ। ਤੇ ਜਿਹਨੂੰ ਰੱਬ ਦੀ ਰਜ਼ਾ 'ਚ ਰਾਜੀ ਰਹਿਣਾ ਆ ਗਿਆ ਨਾ, ਉਹ ਕਦੇ ਦੁਖੀ ਨਹੀਂ ਹੋ ਸਕਦਾ। ਅੱਜ ਦੇ ਇਨਸਾਨ ਦੁਖੀ ਕਿਉਂ ਨੇ? ਕਿਉਂਕਿ ਸਾਨੂੰ ਰੱਬ ਦੀ ਰਜ਼ਾ 'ਚ ਰਾਜੀ ਰਹਿਣਾ ਨਹੀਂ ਆਇਆ।
ਕਿਤੇ ਕਿਤੇ ਅਸੀਂ ਰੱਬ ਨੂੰ ਕਹਿ ਦਿੰਨੇ ਆ, ਰੱਬਾ ਮੈਨੂੰ ਤੇਰਾ ਆਹ ਕੰਮ ਕੀਤਾ ਠੀਕ ਨਹੀਂ ਲੱਗਾ। ਜਿਵੇਂ ਅੱਜ ਵੀ ਕਹਿ ਸਕਦੇ, ਜਿਹੜੇ ਹਾਲਾਤ ਬਣੇ ਨੇ ਜਾਂ ਜੋ ਮਹਾਮਾਰੀ ਜਾਂ ਬਿਮਾਰੀ ਫੈਲੀ ਹੋਈ ਹੈ, ਇਸ ਨੂੰ ਲੈ ਕੇ ਵੀ ਕਈ ਜਿਹੜੇ ਨੇ ਉਹ ਕਹਿ ਰਹੇ, ਰੱਬਾ ਕੰਮ ਤੂੰ ਠੀਕ ਨਹੀਂ ਕੀਤਾ, ਤੇ ਦੁਖੀ ਨੇ। ਹਾਲਾਂਕਿ ਇਹ ਮੰਨਣਾ ਵੀ ਪਏਗਾ ਵੀ ਰੱਬ ਜੋ ਕਰਦਾ ਚੰਗੇ ਲਈ ਕਰਦਾ, ਰੱਬ ਜੋ ਕਰਦਾ ਭਲੇ ਲਈ ਕਰਦਾ। ਤੇ ਹੁਣ ਇੱਥੇ ਸ਼ਾਇਦ ਇਹ ਵੀ ਸਵਾਲ ਉੱਠ ਪਏ ਵੀ ਇੰਨੀ ਮਹਾਮਾਰੀ, ਇੰਨੇ ਲੋਕ ਮਰ ਰਹੇ, ਇਹਦੇ ਚ ਕਾਹਦਾ ਭਲਾ? ਸ਼ਾਇਦ ਇਹ ਵੀ ਸਵਾਲ ਉੱਠ ਪਏ। ਹੁਣ ਭਲਾ ਵੀ ਵੇਖੋ ਇਹਦੇ ਵਿੱਚ ਹੈ ਕਾਹਦਾ। ਮਹਾਮਾਰੀ ਫੈਲੀ, ਕੁਦਰਤ ਦਾ ਹਰ ਜੀਵ ਦੁਖੀ ਸੀ ਇਸ ਇਨਸਾਨ ਤੋਂ। ਕੁਦਰਤ ਦਾ ਜੀਵ ਹਰ ਦੁਖੀ ਸੀ ਇਸ ਇਨਸਾਨ ਤੋਂ, ਕਿਉਂਕਿ ਇਹ ਆਪਣੇ ਲਈ ਜੀਵਾਂ ਨੂੰ ਮਾਰਨ ਲੱਗਿਆ ਗੁਰੇਜ਼ ਨਹੀਂ ਸੀ ਕਰਦਾ। ਰੱਬ ਨੇ ਜੀਵਾਂ ਨੂੰ ਬਚਾਉਣ ਦੇ ਲਈ ਇਨਸਾਨ ਡੱਕਿਆ ਘਰ ਦੇ ਵਿੱਚ। ਜੀਵਾਂ ਦੀ ਜ਼ਿੰਦਗੀ ਬਚ ਗਈ, ਰੁੱਖਾਂ ਦੀ ਜ਼ਿੰਦਗੀ ਬਚ ਗਈ, ਪੇੜ ਪੌਦਿਆਂ ਦੀ ਜ਼ਿੰਦਗੀ ਬਚ ਗਈ। ਉਤੋਂ ਬਚ ਵਿਗਿਆਨੀਆਂ ਦੁਆਰਾ ਇੱਕ ਰੌਲਾ ਪਾਇਆ ਜਾਂਦਾ ਸੀ, ਸ਼ੋਰ ਸੀ, ਓਜ਼ੋਨ ਪਰਤ ਨਸ਼ਟ ਹੋ ਰਹੀ ਹੈ ਜਿੰਨਾ ਪੋਲਿਊਸ਼ਨ ਇਨਸਾਨ ਕਰ ਰਿਹਾ ਹੈ। ਇਨਸਾਨ ਬੰਦ ਹੋ ਗਿਆ ਘਰ 'ਚ, ਪੋਲਿਊਸ਼ਨ ਘਟ ਗਿਆ। ਅੱਜ ਉਹੀ ਵਿਗਿਆਨੀ, ਉਹੀ ਸਾਇੰਸਦਾਨ ਕਹਿ ਰਹੇ ਨੇ ਓਜ਼ੋਨ ਪਰਤ ਦੁਬਾਰਾ ਬਣ ਰਹੀ ਹੈ। ਜਿਹੜੀ ਕਦੇ ਕਹਿ ਰਹੀ ਸੀ ਖਤਮ ਹੋ ਗਈ, ਉਹਦੇ 'ਚ ਛੇਦ ਹੋ ਗਏ। ਹੁਣ ਜ਼ਿੰਦਗੀਆਂ ਅਸੰਭਵ ਨੇ। ਇਨਸਾਨ ਦੇ ਘਰਾਂ ਵਿੱਚ ਬੰਦ ਹੋਣ ਦੇ ਨਾਲ ਦੁਬਾਰਾ ਬਣਨੀ ਸ਼ੁਰੂ ਹੋ ਗਈ, ਜੀਵਨ ਸੰਭਵ ਹੋ ਗਏ। ਹਰ ਵਕਤ ਇਸ ਗੱਲ ਦਾ ਸ਼ੋਰ ਮਚਾਇਆ ਜਾਂਦਾ ਸੀ, 에ਅਰ ਪੋਲਿਊਸ਼ਨ ਹੈ ਜੀ, ਬੜੀ ਹਵਾ ਗੰਦਲੀ ਕਰਤੀ ਇਨਸਾਨ ਨੇ। ਕਾਰੋਬਾਰ ਬੰਦ ਹੋ ਗਏ, ਇੱਕ ਵਾਰੀ ਰੁਕ ਗਏ, ਇਨਸਾਨ ਦੀਆਂ ਗੱਡੀਆਂ ਰੁਕ ਗਈਆਂ, ਮੋਟਰ ਵਹੀਕਲ ਰੁਕ ਗਏ, ਸਭ ਕੁਝ ਰੁਕ ਗਿਆ, 에ਅਰ ਪੋਲਿਊਸ਼ਨ ਘਟ ਗਿਆ। ਇਹਦੇ 'ਚ ਭਲਾ ਕਿਹਦਾ ਹੈ? ਪਾਣੀ ਗੰਦਲਾ ਹੋ ਗਿਆ, ਪਾਣੀ ਗੰਦਲਾ ਹੋ ਗਿਆ। ਇਨਸਾਨ ਆਪਣੀ ਗੰਦਗੀ ਤੱਕ ਚੁੱਕ ਕੇ ਪਾਣੀ 'ਚ ਸੁੱਟਣ ਨੂੰ ਤਿਆਰ ਸੀ, ਸੁੱਟ ਰਿਹਾ ਸੀ, ਬੜਾ ਕੁਝ ਕਰ ਰਿਹਾ ਸੀ। ਘਰਾਂ 'ਚ ਬਹਿ ਗਿਆ। ਹੁਣ ਉਹੀ ਨਹਿਰਾਂ, ਉਹੀ ਨਦੀਆਂ, ਉਹੀ ਦਰਿਆ ਬੜੇ ਸਾਫ਼ ਸੁਥਰੇ ਵਹਿ ਰਹੇ ਨੇ। ਕਿਹਦਾ ਭਲਾ ਹੈ? ਤੇ ਅਸੀਂ ਕਿੱਦਾਂ ਕਹਿ ਦਾਂਗੇ ਵੀ ਰੱਬ ਨੇ ਮਾੜਾ ਕੀਤਾ? ਸਾਡੀ ਸੋਚ ਸਾਡੇ ਤੱਕ ਸੀਮਤ ਹੈ, ਪਰ ਰੱਬ ਦੀ ਸੋਚ ਸਾਰੀ ਦੁਨੀਆ ਲਈ ਹੈ। ਉਹ ਇੱਕ ਲਈ ਨਹੀਂ ਸੋਚਦਾ, ਉਹ ਸਾਰਿਆਂ ਲਈ ਸੋਚਦਾ ਹੈ। ਤੇ ਅਸੀਂ ਆਪਣੇ ਲਈ ਸੋਚਦੇ ਹਾਂ, ਅਸੀਂ ਸਾਰਿਆਂ ਲਈ ਨਹੀਂ ਸੋਚਦੇ। ਸਾਨੂੰ ਇਹ ਆ ਵੀ ਸਾਡਾ ਕਾਰੋਬਾਰ ਚੱਲੇ, ਲੋਕੀ ਭਾਵੇਂ ਭੁੱਖੇ ਮਰ ਜਾਣ। ਅਸੀਂ ਤੇ ਇੱਥੋਂ ਤੱਕ ਹੀ ਸੀਮਤ ਆ ਨਾ। ਪਰ ਰੱਬ ਕਹਿੰਦਾ ਵੀ ਨਹੀਂ, ਭਲਾ ਹੋਏਗਾ ਸਾਰਿਆਂ ਦਾ ਹੀ ਹੋਏਗਾ, ਤੇ ਉਹਨੇ ਸਾਰਿਆਂ ਦਾ ਭਲਾ ਕੀਤਾ, ਨੁਕਸਾਨ ਕਿਸੇ ਦਾ ਵੀ ਨਹੀਂ। ਤੇ ਇਹ ਨਾ ਸੋਚੋ ਵੀ ਮੌਤਾਂ ਹੋ ਰਹੀਆਂ ਨੇ, ਮਰ ਰਹੇ ਨੇ। ਜਿੰਨੀਆਂ ਕੁ ਮੌਤਾਂ ਹੋਈਆਂ ਜਾਂ ਹੋ ਰਹੀਆਂ ਨੇ, ਤੁਸੀਂ ਇਸ ਗੱਲ ਨੂੰ ਕਦੇ ਆਪ ਵਿਚਾਰ ਕੇ ਵੇਖਿਓ, ਦੁਨੀਆ ਤੇ ਇਨਸਾਨ ਤੇ ਪਹਿਲੋਂ ਵੀ ਮਰਦੇ ਹੀ ਸੀ, ਪਹਿਲੋਂ ਨਹੀਂ ਸੀ ਮਰਦੇ। ਬਸ ਅੱਜ ਦੇ ਸਮੇਂ 'ਚ ਇਹ ਹੈ ਵੀ ਇੱਕ ਵੀ ਮਰਦਾ, ਸਾਨੂੰ ਪਤਾ ਲੱਗ ਰਿਹਾ ਵੀ ਅੱਜ ਬੰਦਾ ਮਰ ਗਿਆ, ਤੇ ਸਾਨੂੰ ਇਦਾਂ ਲੱਗਦਾ ਵੀ ਪਤਾ ਨਹੀਂ ਕਿੰਨੇ ਕੁ ਇਨਸਾਨ ਮਰ ਗਏ। ਮਹਾਮਾਰੀ ਫੈਲਣ ਤੋਂ ਪਹਿਲਾਂ ਵੀ ਇੱਕ ਦਿਨ 'ਚ ਲੱਖਾਂ ਇਨਸਾਨ ਮਰਦੇ ਨੇ। ਅਸੀਂ ਕਦੇ ਨਹੀਂ ਸੀ ਵਿਚਾਰਿਆ, ਕਦੇ ਨਹੀਂ ਸੀ ਸੋਚਿਆ, ਪਰ ਅੱਜ ਅਸੀਂ ਸੋਚ ਵੀ ਰਹੇ ਹਾਂ, ਵਿਚਾਰ ਵੀ ਰਹੇ ਹਾਂ, ਚਿੰਤਤ ਵੀ ਹਾਂ। ਠੀਕ ਹੈ, ਅਸੀਂ ਆਪਣਾ ਬਚਾਅ ਆਪ ਕਰਨਾ ਹੈ। ਅਸੀਂ ਕਿਤੇ ਬਿਮਾਰੀ ਨਾਲ ਗ੍ਰਸੇ ਨਾ ਜਾਈਏ, ਬਿਮਾਰੀ ਸਾਨੂੰ ਲੱਗ ਨਾ ਜਾਏ। ਆਪਣੀ ਦੇਹੀ ਦਾ ਅਸੀਂ ਆਪ ਬਚਾਅ ਵੀ ਕਰਨਾ, ਰੱਬ ਅੱਗੇ ਅਰਦਾਸ ਸਰਬੱਤ ਦੇ ਭਲੇ ਦੀ ਵੀ ਕਰਨੀ ਹੈ। ਪਰ ਨਾਲ ਭਗਤ ਕਬੀਰ ਸਾਹਿਬ ਦੇ ਬਚਨ ਚੇਤੇ ਵੀ ਰੱਖਣੇ ਪੈਣਗੇ, ਸੱਜਣਾ ਅੱਲਾ ਕੀ ਕਰ ਬੰਦਗੀ ਜੇ ਸਿਮਰਤ ਦੁੱਖ ਜਾਏ।
ਦੁੱਖ ਚਲਾ ਜਾਂਦਾ ਹੈ ਜੇ ਕਿਤੇ ਅੱਲਾ ਦੀ ਬੰਦਗੀ ਕਰਨੀ ਆ ਜਾਵੇ। ਦਿਲ ਮਹਿ ਸਾਈ ਪ੍ਰਗਟੈ ਬੁਝੈ ਬਲੰਤੀ ਨਾਏ। ਕਿਉਂਕਿ ਜਦੋਂ ਦਿਲ ਵਿੱਚ ਸਾਈਂ ਪ੍ਰਗਟ ਹੋ ਜਾਂਦਾ ਹੈ ਨਾ, ਅਕਾਲ ਪੁਰਖ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਜਿਹਨੂੰ ਐਂ ਕਹਿ ਲਓ ਵੀ ਜਦੋਂ ਅਸੀਂ ਅਕਾਲ ਪੁਰਖ ਨੂੰ ਮਹਿਸੂਸ ਕਰ ਲੈਨੇ ਆ। ਬੁਝੇ ਬਲੰਤੀ, ਅੰਦਰ ਅੱਗ ਬਲ ਰਹੀ ਸੀ, ਬੁੱਝ ਗਈ। ਕਿਵੇਂ ਬੁੱਝੀ? ਨਹੀਂ, ਅਕਾਲ ਪੁਰਖ ਦੇ ਨਾਮ ਸਦਕਾ। ਅੰਦਰ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ, ਅੰਦਰ ਲੱਗੀ ਹੋਈ ਲੋਭ ਦੀ ਅੱਗ, ਅੰਦਰ ਲੱਗੀ ਹੋਈ ਲਾਲਚ ਦੀ ਅੱਗ, ਅੰਦਰ ਲੱਗੀ ਹੋਈ ਬਾਕੀ ਵਿਕਾਰਾਂ ਦੀ ਅੱਗ, ਬੁਝੇ ਬਲੰਤੀ, ਬੁੱਝ ਗਈ ਸਾਰੀ ਦੀ ਸਾਰੀ। ਪਰ ਕਿਵੇਂ ਬੁੱਝੀ? ਨਹੀਂ, ਜਦੋਂ ਰੱਬ ਦਾ ਸ਼ੀਤਲ ਠੰਡਾ ਨਾਮ ਉਸ ਅੱਗ ਤੇ ਪਾਇਆ ਨਾ, ਠੰਡਾ ਜਲ ਉਸ ਅੱਗ ਤੇ ਪਾਇਆ, ਬੁੱਝ ਗਈ। ਕਿਵੇਂ ਭਾਂਬੜ ਮੱਚ ਜਾਣਗੇ ਜਿੱਥੇ ਪਾਣੀ ਉੱਪਰ ਛੱਲ ਰਿਹਾ ਹੋਵੇ। ਲੱਗੀ ਅੱਗ ਨੂੰ ਪਾਣੀ ਨਾਲ ਬੁਝਾ ਲਿਆ। ਅੰਦਰ ਅੱਗ ਲੱਗੀ ਸੀ, ਹਫੜਾ ਦਫੜੀ ਦੀ ਅੱਗ ਸੰਸਾਰ ਵਿੱਚ ਵੀ ਲੱਗੀ ਸੀ, ਪਰ ਰੱਬ ਨੇ ਇੱਕ ਵਾਰੀ ਆਪਣੇ ਕੌਤਕ ਦੇ ਨਾਲ ਜਾਂ ਆਪਣੀ ਤਾਕਤ ਦੇ ਨਾਲ ਉਸ ਲੱਗੀ ਹੋਈ ਹਫੜਾ ਦਫੜੀ ਦੀ ਅੱਗ ਨੂੰ ਬੁਝਾਤਾ, ਕਰਤੇ ਸ਼ਾਂਤ ਸਾਰੇ। ਤੇ ਇੱਕ ਇਹ ਵੀ ਕਹਿ ਸਕਦੇ ਆ, ਰੱਬ ਨੇ ਸਾਡੇ ਉੱਤੇ ਉਪਕਾਰ ਵੀ ਬੜਾ ਵੱਡਾ ਕੀਤਾ ਹੈ। ਨਹੀਂ ਤੇ ਅਸੀਂ ਕਦੇ ਸੋਚ ਨਹੀਂ ਸੀ ਸਕਦੇ ਵੀ ਅਸੀਂ ਪਰਿਵਾਰ 'ਚ ਵੀ ਕਦੇ ਬਹਿ ਸਕਦੇ ਹਾਂ, ਜਿੰਨਾ ਕੁ ਸਾਡੀ ਹਫੜਾ ਦਫੜੀ ਸੀ। ਦੂਜੀ ਗੱਲ, ਉਹਨਾਂ ਲਈ ਇੱਕ ਇਹ ਨਸੀਹਤ ਵੀ ਹੈ ਜਿਹੜੇ ਕਹਿੰਦੇ ਸਨ ਅਸੀਂ ਰੱਬ ਹਾਂ, ਜਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਤੋਂ ਵੀ ਵੱਡੀ ਤਾਕਤ ਮੰਨ ਲਿਆ ਸੀ, ਜਾਂ ਮੰਨਣ ਦੀ ਕੋਸ਼ਿਸ਼ ਕਰ ਰਹੇ ਸੀ, ਜਾਂ ਕਹਿ ਰਹੇ ਸਨ ਵੀ ਰੱਬ ਰੂਪੀ ਤਾਕਤ ਹੈ ਹੀ ਕੋਈ ਨਹੀਂ। ਇੱਕ ਉਹਨਾਂ ਲਈ ਨਸੀਹਤ ਵੀ ਹੈ। ਰੱਬ ਨੇ ਦਿਖਾਇਆ ਹੈ, ਦਰਸਾਇਆ ਹੈ, ਉਹ ਤੁਸੀਂ ਮਨੁੱਖ ਹੋ, ਮੇਰੇ ਬਣਾਏ ਹੋ, ਤੇ ਇਹ ਨਾ ਭੁੱਲੋ ਕਿ ਮੈਂ ਤੁਹਾਨੂੰ ਬਣਾਉਣ ਵਾਲਾ, ਮੈਂ ਤੁਹਾਡੇ ਤੋਂ ਵੱਧ ਬਲਵਾਨ ਆ, ਤਾਕਤਵਰ ਆ, ਤੁਹਾਨੂੰ ਬਲ ਦੇਣ ਵਾਲਾ ਮੈਂ ਆ। ਇਹ ਨਾ ਭੁੱਲੋ, ਤੁਸੀਂ ਐਵੇਂ ਬਰਾਬਰੀ ਕਰਨ ਦੀ ਕੋਸ਼ਿਸ਼ ਨਾ ਕਰੋ। ਐਵੇਂ ਬਰਾਬਰਤਾ ਜਿਹੜੀ ਉਹਨੂੰ ਕਰਨ ਦੀ ਯਤਨ ਕੋਸ਼ਿਸ਼ ਨਾ ਕਰੋ। ਰੱਬ ਨੇ ਨਸੀਹਤ ਦੇਤੀ ਵੀ ਤੁਸੀਂ ਬਰਾਬਰੀ ਭੁੱਲ ਕੇ ਵੀ ਨਹੀਂ ਕਰ ਸਕਦੇ, ਕਿਉਂਕਿ ਤੁਹਾਨੂੰ ਮੈਂ ਬਣਾਇਆ। ਤੇ ਜੇ ਮੈਂ ਚਾਹਾਂ ਤੇ ਇੱਕ ਪਲ 'ਚ ਇੱਥੇ ਹੁਣ ਤੁਹਾਨੂੰ ਸਾਰਿਆਂ ਨੂੰ ਨਾਸ਼ ਕਰਕੇ ਰੱਖ ਦੇ। ਤੇ ਸੁਭਾਵਿਕ ਜਿਹੀ ਗੱਲ ਹੈ, ਜਦੋਂ ਰੱਬ ਦੇ ਬਣਾਏ ਨੇਚਰ ਦੇ ਨਾਲ ਛੇੜਛਾੜ ਅਸੀਂ ਕਰਾਂਗੇ, ਇਦਾਂ ਦੇ ਨਤੀਜੇ ਭੋਗਣੇ ਹੀ ਪੈਣਗੇ। ਹੁਣ ਹੀ ਨਹੀਂ, ਪਹਿਲਾਂ ਵੀ ਭੋਗੇ ਨੇ, ਹੁਣ ਵੀ ਭੋਗ ਰਹੇ ਆ। ਹੋ ਸਕਦਾ ਜੇ ਅਜੇ ਵੀ ਨਾ ਸੁਧਰੇ, ਅਗਾਂਹ ਵੀ ਭੋਗਣੇ ਪੈਣ। ਇਹਦੇ 'ਚ ਕੋਈ ਦੋ ਰਾਵਾ ਨਹੀਂ। ਜਦੋਂ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ, ਰੱਬ ਦੇ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਾਂਗੇ, ਨਿਯਮਾਂ ਨੂੰ ਤੋੜਾਂਗੇ, ਤੇ ਸਮੇਂ-ਸਮੇਂ ਮੁਤਾਬਕ ਅਸੀਂ ਇਦਾਂ ਦੀਆਂ ਹਾਲਾਤਾਂ ਦੇ ਸਾਹਮਣੇ ਸਾਨੂੰ ਕਰਨੇ ਪੈਣਗੇ। ਅੱਜ ਕਹਿ ਸਕਦੇ ਹਾਂ ਅਸੀਂ ਕਿਤੇ ਨਾ ਕਿਤੇ ਹਾਲਾਤ ਅਜੇ ਵੀ ਇਨਸਾਨ ਦੇ ਕਾਬੂ ਵਿੱਚ ਨੇ। ਰੱਬ ਨੇ ਇੱਕ ਟ੍ਰੇਲਰ ਹੀ ਵਿਖਾਇਆ ਜੇ, ਤੇ ਇੱਥੋਂ ਅੰਦਾਜ਼ਾ ਲਾ ਲਓ ਵੀ ਜੇ ਰੱਬ ਆਪਣੀ ਆਈ ਤੇ ਆ ਜਾਏ ਨਾ, ਤੇ ਉਹਨੇ ਬਹੁਤਾ ਚਿਰ ਨਹੀਂ ਲਾਉਣਾ ਦੁਨੀਆ ਮਕਾਉਣ ਵਾਸਤੇ। ਤੇ ਭਲਾ ਇਸੇ 'ਚ ਹੀ ਹੈ ਕਿ ਅਸੀਂ ਰੱਬ ਦੇ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਬਜਾਏ ਉਹਨਾਂ ਦੀ ਪਾਲਣਾ ਕਰੀਏ। ਕੁਦਰਤ ਨੂੰ ਬਖੇਰਨ ਦੀ ਬਜਾਏ, ਕੁਦਰਤ ਨੂੰ ਉਜਾੜਨ ਦੀ ਬਜਾਏ ਅਸੀਂ ਕੁਦਰਤ ਨਾਲ ਪਿਆਰ ਕਰੀਏ, ਕੁਦਰਤ ਦੀ ਸੰਭਾਲ ਕਰੀਏ। ਜਿਸ ਪ੍ਰਕਾਰ ਜਿਹੜੀ ਚੀਜ਼ ਰੱਬ ਨੇ ਬਣਾਈ ਉਦਾਂ ਹੀ ਸਾਂਭ ਲਈਏ ਤੇ ਸਾਡੇ ਲਈ ਭਲਾ ਹੈ। ਉਹਦੇ ਵਿੱਚ ਅਸੀਂ, ਕਿਉਂਕਿ ਰੱਬੀ ਅਮਾਨਤ ਹੈ, ਹਰ ਚੀਜ਼ ਰੱਬੀ ਅਮਾਨਤ ਹੈ। ਰੱਬ ਨੇ ਸਾਨੂੰ ਜਲ ਦਿੱਤਾ, ਰੱਬੀ ਅਮਾਨਤ ਹੈ। ਰੱਬ ਨੇ ਹਵਾ ਦਿੱਤੀ, ਰੱਬੀ ਅਮਾਨਤ ਹੈ। ਰੱਬ ਨੇ ਸਾਨੂੰ ਪੇੜ ਪੌਦੇ ਦਿੱਤੇ, ਇਹ ਵੀ ਰੱਬੀ ਅਮਾਨਤ ਹੈ। ਤੇ ਖਿਮਾ ਕਰਿਓ, ਮੈਂ ਇਹ ਵੀ ਨਾਲ ਬਚਨ ਕਰਦਾ ਚੱਲਾਂ, ਰੱਬ ਨੇ ਸਾਨੂੰ ਕੇਸ ਦਿੱਤੇ, ਇਹ ਵੀ ਰੱਬੀ ਅਮਾਨਤ ਹੀ ਹੈ। ਤੇ ਅਸੀਂ ਇਹਨਾਂ ਅਮਾਨਤ ਵਿੱਚ ਹੁਣ ਖਿਆਨਤ ਨਾ ਕਰਦੇ ਚੱਲੀਏ। ਜਲ ਵੀ ਸੰਭਾਲ ਲਈਏ, ਹਵਾ ਵੀ ਸੰਭਾਲ ਲਈਏ, ਧਰਤੀ ਵੀ ਸੰਭਾਲ ਲਈਏ, ਬਨਸਪਤੀ ਵੀ ਸੰਭਾਲ ਲਈਏ, ਕਿਤੇ ਨਾ ਕਿਤੇ ਜਾ ਕੇ ਅਸੀਂ ਆਪਣੇ ਕੇਸ ਵੀ ਸੰਭਾਲ ਲਈਏ।
ਹਰ ਚੀਜ਼ ਰੱਬੀ ਅਮਾਨਤ ਹੈ, ਅਸੀਂ ਮੁਨਕਰ ਨਹੀਂ ਹੋ ਸਕਦੇ। ਖੈਰ, ਭਗਤ ਕਬੀਰ ਸਾਹਿਬ ਕਹਿੰਦੇ, ਭਾਈ ਤੂੰ ਉਸ ਅੱਲਾ ਦੀ ਬੰਦਗੀ ਕਰ, ਕਿਉਂਕਿ ਉਹਨੂੰ ਸਿਮਰਨ ਦੇ ਨਾਲ, ਉਹਨੂੰ ਚੇਤੇ ਕਰਨ ਨਾਲ ਦੁੱਖ ਚਲੇ ਜਾਂਦੇ ਨੇ, ਦੁੱਖ ਮੁੱਕ ਜਾਂਦੇ ਨੇ। ਤੇ ਜਿਹੜਾ ਰੱਬ ਦੇ ਨਾਮ ਨੂੰ ਚੇਤੇ ਕਰਦਾ, ਅੰਦਰ ਲੱਗੀ ਅੱਗ ਉਹਦੇ ਜੀਵਨ ਚੋਂ ਬੁੱਝ ਜਾਂਦੀ ਹੈ। ਜਿਹਨੂੰ ਸਤਿਗੁਰੂ ਬਾਣੀ ਚ ਆਖਦੇ, ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਰੱਬ ਦਾ ਨਾਮ ਠੰਡਕ ਦੇਣ ਵਾਲਾ, ਦੁਨੀਆ ਅੱਗ ਵਿੱਚ ਮੱਚੀ ਸੜ ਰਹੀ ਹੈ, ਤੇ ਸਿਰਫ ਇੱਕ ਰੱਬੀ ਯਾਦ, ਚਿੰਤਨ, ਰੱਬੀ ਨਾਮ ਹੀ ਹੈ ਜਿਹਨੇ ਠੰਡਕ ਦੁਨੀਆ ਨੂੰ ਦੇਣੀ ਹੈ। ਤੇ ਆਪਾਂ ਗੁਰੂ ਅੱਗੇ ਹਰ ਵਕਤ ਇਹ ਅਰਦਾਸ ਕਰਦੇ ਰਿਹਾ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਤੈ ਲੇਹੋ ਉਬਾਰ। ਸਤਿਗੁਰੂ ਆਪ ਕਿਰਪਾ ਕਰਨ, ਸਾਨੂੰ ਇਸ ਸਮੇਂ ਵਿੱਚੋਂ ਵੀ ਆਪ ਉਬਾਰ ਲੈਣ, ਤੇ ਗੁਰੂ ਅੱਗੇ ਹਰ ਵਕਤ ਅਰਦਾਸ ਅਸੀਂ ਸਰਬੱਤ ਦੇ ਭਲੇ ਦੀ ਕਰਦੇ ਰਹੀਏ, ਤਾਂ ਜੋ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਇੱਕ ਬੇਨਤੀ, ਅੱਜ ਰਾਤਰੀ ਦੇ ਦੀਵਾਨਾਂ ਵਿੱਚ ਰਾਤ 9 ਤੋਂ 10 ਵਜੇ ਤੱਕ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪ ਸਰਬੱਤ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਜਿਹੜੀਆਂ ਸੰਗਤਾਂ ਗੁਰੂ ਘਰ ਵਿੱਚ ਪਹੁੰਚ ਸਕਦੀਆਂ ਨੇ, ਉਹ ਗੁਰੂ ਘਰ ਦੇ ਵਿੱਚ ਆ ਕੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰੋ, ਔਰ ਜਿਹੜੇ ਨਹੀਂ ਆ ਸਕਦੇ ਉਹ ਆਪਣੇ ਘਰਾਂ ਦੇ ਵਿੱਚ ਬੈਠ ਕੇ ਟੈਲੀਵਿਜ਼ਨ ਮੀਡੀਆ ਦੇ ਮਾਧਿਅਮ ਰਾਹੀਂ ਗੁਰਬਾਣੀ ਕੀਰਤਨ ਦੇ ਲਾਹੇ ਜਿਹੜੇ ਉਹ ਹਾਸਲ ਕਰੋ, ਤੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਹਰ ਵਕਤ ਅਸੀਂ ਕਰਦੇ ਰਹੀਏ। ਆਓ ਭਗਤ ਕਬੀਰ ਸਾਹਿਬ ਦੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ। ਕਬੀਰ ਅੱਲਾਹ ਕੀ ਕਰ ਬੰਦਗੀ, ਜਿਹੇ ਸਿਮਰਤ ਦੁਖ ਜਾਏ। ਦਿਲ ਮਹਿ ਸਾਈਂ ਪ੍ਰਗਟੈ, ਬੁਝੈ ਬਲੰਦੀ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ।